2016 ਤੋਂ ਲੈ ਕੇ 2020 4 ਸਾਲ ਦਾ ਤੇ ਸਮਾਂ ਸੀ ਤੇ 4 ਸਾਲਾਂ ਦੇ ਵਿੱਚ ਕੀ ਸਤਕਾਰ ਕਮੇਟੀ ਦੇ ਵਿੱਚ 4 ਸਿੰਘ ਵੀ ਐਸੇ ਨਹੀਂ ਸੀ ਜਿਹੜੇ ਬਾਣੀ ਚੰਗੀ ਤਰ੍ਹਾਂ ਪੜ੍ਹ ਸਕਦੇ ਹੁੰਦੇ। ਠੀਕ ਆ, ਅਸੀਂ ਆਪਣੀ ਡਿਊਟੀ ਨਹੀਂ ਨਿਭਾ ਸਕੇ, ਅਸੀਂ ਨਹੀਂ ਗਲਤੀਆਂ ਕੱਢ ਸਕੇ। ਜੇ ਅਸੀਂ ਨਹੀਂ ਕੱਢ ਸਕੇ ਤੇ ਕੱਲ ਕਿਹੜਾ ਕੱਢਣ ਦੀ ਕੋਸ਼ਿਸ਼ ਕੀਤੀ, ਫਿਰ ਪਰਿਵਾਰ ਨੂੰ ਫੇਰ ਕਿਉਂ ਦਿੱਤਾ ਗਿਆ? ਤੁਹਾਡੇ ਮੁਤਾਬਕ ਉਹ ਸਵਰੂਪ ਕਿੱਥੇ ਜਾਣਾ ਚਾਹੀਦਾ ਸੀ? ਮੇਰੇ ਖਿਆਲ ਮੁਤਾਬਕ ਇਹਦਾ ਦਾਹ ਸੰਸਕਾਰ ਹੋ ਜਾਣਾ ਚਾਹੀਦਾ ਸੀ। ਜਿਹੜਾ ਤੁਸੀਂ ਅੱਜ ਇਹ ਗੱਲ ਕਹਿੰਦੇ ਹੋ ਵੀ ਇਸ ਬੀੜ ਦਾ ਸੰਸਕਾਰ ਹੋ ਜਾਣਾ ਚਾਹੀਦਾ ਸੀ, ਤੇ ਜਦੋਂ ਤੁਹਾਡੀ ਟੀਮ ਲੈ ਕੇ ਆਈ ਤੇ ਫਿਰ ਸਿੱਧਾ ਆਪਣੇ ਪਿੰਡਾਂ ਦੇ ਵਿੱਚ ਹੀ ਕਿਉਂ ਲੈ ਕੇ ਗਏ? ਫਿਰ ਸੰਸਕਾਰ ਵਾਸਤੇ ਕਿਉਂ ਨਹੀਂ ਲੈ ਕੇ ਗਏ? ਜੇ ਸੰਸਕਾਰ ਕੀਤਾ ਹੁੰਦਾ ਨਾ ਤੇ ਫਿਰ 267 ਸਰੂਪਾਂ ਦੀ ਨਹੀਂ ਸੀ ਗੱਲ ਹੋਣੀ। ਅੱਜ ਬਲਬੀਰ ਸਿੰਘ ਮੁੱਛਲ ਉਹਨਾਂ ਨੂੰ ਹੁਣ ਟੰਗਿਆ ਹੋਣਾ ਸੀ ਪੁੱਠੇ, ਤੇ ਨਾਲ ਹੀ ਉਹਨਾਂ ਦੇ ਸਿੰਘਾਂ ਨੂੰ ਕਹਿਣਾ ਸੀ ਇਹਨਾਂ ਨੇ ਸੰਸਕਾਰ ਨਹੀਂ ਕੀਤਾ, ਸੋਨਾ ਵੇਚ ਕੇ ਖਾ ਗਿਆ। ਤੁਹਾਨੂੰ ਦੱਸਣਾ ਚਾਹੁੰਦਾ, ਜਿੱਦਣ ਇੱਕ ਜਲੰਧਰ ਮੀਟਿੰਗ 'ਚ ਬੈਠੇ ਸੀ, ਮੈਂ ਉਹਦਾ ਵਿਅਕਤੀ ਦਾ ਨਾਂ ਨਹੀਂ ਲੈਣਾ ਚਾਹੁੰਦਾ, ਉਹਨਾਂ ਨੇ ਮੈਨੂੰ ਕਿਹਾ, ਖੋਸਾ ਜੀ ਤੁਸੀਂ ਸਾਡੇ ਪੁਰਾਤਨ ਸਰੂਪ ਦੀ ਗੱਲ ਕਰੋ, ਨਵੇਂ ਦਾ ਕੀ ਆ, ਉਹ ਤਾਂ 1100 ਦਾ ਜਿੱਥੋਂ ਮਰਜ਼ੀ ਲੈ ਆਈਏ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ। ਦਰਸ਼ਕੋ, ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ ਮੁੱਦੇ ਲੈ ਕੇ, ਸ਼ਖਸੀਅਤਾਂ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਆ ਜਾਣਾ ਮੈਂ। ਔਰ ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਜ਼ਰੂਰੀ ਨਹੀਂ ਹੈ ਵੀ ਸਾਡੀ ਹਰ ਵਿਚਾਰ ਦੇ ਨਾਲ ਤੁਹਾਡੀ ਸਹਿਮਤੀ ਹੋਵੇਗੀ, ਪਰ ਅਦਾਰਾ ਅਕਾਲ ਚੈਨਲ ਹਰੇਕ ਨੂੰ ਆਪਣੀ ਗੱਲ ਰੱਖਣ ਦਾ, ਕਹਿਣ ਦਾ ਅਧਿਕਾਰ ਦਿੰਦਾ ਹੈ ਫਰੀਡਮ ਆਫ ਸਪੀਚ ਦੇ ਤਹਿਤ। ਔਰ ਅਸੀਂ ਫਰੀਡਮ ਆਫ ਪ੍ਰੈਸ ਦੇ ਤਹਿਤ ਆਪਣੀ ਗੱਲ ਦੁਨੀਆ ਦੇ ਅੱਗੇ ਰੱਖਦੇ ਹਾਂ। ਭਾਵੇਂ ਕਿ ਕਈ ਪ੍ਰੋਗਰਾਮਾਂ ਨੂੰ ਲੈ ਕੇ ਬਹੁਤ ਵੱਡੇ ਵੱਡੇ ਵਿਵਾਦ ਵੀ ਖੜੇ ਹੋ ਜਾਂਦੇ ਨੇ, ਪਰ ਅਸੀਂ ਕਹਿੰਦੇ ਹੁੰਦੇ ਵੀ ਸਾਰਥਕ ਆਲੋਚਨਾ ਪ੍ਰਵਾਨ ਹੈ। ਪਿਛਲੇ ਦਿਨਾਂ ਦੇ ਵਿੱਚ ਜਲੰਧਰ ਦੀ ਧਰਤੀ ਤੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪ੍ਰਾਚੀਨ ਸਵਰੂਪ ਸਤਕਾਰ ਕਮੇਟੀਆਂ ਲੈ ਕੇ ਆ ਗਈਆਂ। 2016 ਤੋਂ ਲੈ ਕੇ 2020 ਦਾ ਵਕਤ ਆ ਗਿਆ। ਪਰਿਵਾਰ ਦਾ ਕਹਿਣਾ ਇਹ ਹੈ ਵੀ ਸਾਨੂੰ 16 ਦਿਨਾਂ ਦਾ ਕਹਿ ਕੇ ਗਏ ਸੀ ਕਿ ਸਵਰੂਪ ਵਾਪਸ ਤੁਹਾਡੇ ਘਰ ਦੇ ਦਿਆਂਗੇ, ਪਰ ਦੇ ਕੇ ਨਹੀਂ ਗਏ। ਸਤਕਾਰ ਕਮੇਟੀਆਂ ਦਾ ਕਹਿਣਾ ਸੀ ਵੀ ਸਾਡੇ ਨਾਲ ਕਿਸੇ ਨੇ ਰਾਬਤਾ ਨਹੀਂ ਜੋੜਿਆ, ਹੁਣ ਗੱਲਬਾਤ ਹੋਈ ਹੈ, ਹੁਣ ਪਾਵਨ ਸਵਰੂਪ ਪਰਿਵਾਰ ਨੂੰ ਦੇ ਦਿੰਦੇ ਹਾਂ। ਉਹ ਸਵਰੂਪ ਪਰਿਵਾਰ ਦੇ ਕੋਲ ਕੱਲ੍ਹ ਪਿੰਡ ਸਿਆਲਕਾ ਤੋਂ ਜਲੰਧਰ ਦੀ ਧਰਤੀ 'ਤੇ ਪਾਲਕੀ ਦੇ ਵਿੱਚ ਬੜੇ ਸਤਿਕਾਰ ਦੇ ਨਾਲ ਪਹੁੰਚ ਗਏ। ਪਰ ਸਵਾਲ ਇੱਥੇ ਖੜਾ ਹੋ ਜਾਂਦਾ ਕਿ ਉਸ ਪ੍ਰਾਚੀਨ ਸਵਰੂਪ ਨੂੰ ਪ੍ਰਾਚੀਨ ਕਰਕੇ ਲੋਕਾਂ ਨੇ ਨਹੀਂ ਵੇਖਿਆ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਕਰਕੇ ਨਹੀਂ ਵੇਖਿਆ, ਸਿਰਫ ਇਸ ਗੱਲ ਦੇ ਵਿੱਚ ਵੇਖਿਆ ਵੀ ਉਹਦੇ ਵਿੱਚ ਸੋਨਾ ਲੱਗਾ ਹੋਇਆ ਜੀ, ਸੋਨੇ ਦੀ ਸਿਆਕੀ ਹੈ ਜੀ। ਪਰ ਮੈਂ ਬੇਨਤੀ ਕਰ ਦੇਣੀ ਚਾਹੁੰਦਾ ਕਿ ਅਕਾਲ ਚੈਨਲ ਦੀ ਟੀਮ ਨੇ ਬਕਾਇਦਾ ਉੱਥੇ ਜਾ ਕੇ ਪਾਵਨ ਸਵਰੂਪ ਨੂੰ ਚੰਗੀ ਤਰ੍ਹਾਂ ਦਰਸ਼ਨ ਦੀਦਾਰ ਕਰਨ ਤੋਂ ਬਾਅਦ, ਪ੍ਰਕਾਸ਼ ਕਰਨ ਤੋਂ ਬਾਅਦ ਮਹਿਸੂਸ ਕੀਤਾ ਕਿ ਕੋਈ ਵੀ ਅੰਗ ਸੋਨੇ ਦਾ ਨਹੀਂ ਹੈ। ਸਿਰਫ 2 ਅੰਗ ਐਸੇ ਨੇ ਜਿਨ੍ਹਾਂ ਦੇ ਉੱਪਰ ਇੱਕ ਸੁਨਹਿਰੀ ਰੰਗ ਦੀ ਸਿਆਕੀ ਹੈ। ਹੋ ਸਕਦਾ ਹੈ ਕਿ ਉਹ ਸੋਨਾ ਹੋਵੇ, ਕਿਉਂਕਿ ਅਸੀਂ ਦਾਅਵਾ ਇਸ ਗੱਲ ਦਾ ਵੀ ਨਹੀਂ ਕਰਦੇ, ਪਰ ਪਰਿਵਾਰ ਇਸ ਗੱਲ ਦਾ ਦਾਅਵਾ ਕਰਦਾ ਵੀ ਇਹ ਸੋਨੇ ਦੀ ਸਿਆਕੀ ਦੇ ਨਾਲ ਲਿਖੇ ਹੋਏ ਨੇ। ਖੈਰ, ਉਸ ਪਾਵਨ ਸਵਰੂਪ ਦੇ ਅੰਦਰ ਕਾਫੀ ਕੁਝ ਐਸਾ ਹੈ ਜੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ ਦਰਜ ਨਹੀਂ, ਜਿਵੇਂ ਸਾਖੀ ਰਾਜੇ ਸ਼ਿਵ ਨਾਭ ਕੀ, ਸਿਆਕੀ ਬਨਾਵਣ ਕੀ ਬਿਦ, ਐਸਾ ਕੁਝ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਹੈ। ਉਹਦੇ ਵਿੱਚ ਹੈ ਜਿਹੜਾ ਪਾਵਨ ਸਵਰੂਪ ਪ੍ਰਾਚੀਨ ਕਿਹਾ ਜਾਂਦਾ ਹੈ। ਪਰਿਵਾਰ ਕੋਲੋਂ ਲਿਆਂਦਾ ਸੀ, ਪਰਿਵਾਰ ਦੇ ਕੋਲ ਵਾਪਸ ਚਲਾ ਗਿਆ, ਪਰ ਸਤਕਾਰ ਕਮੇਟੀਆਂ ਕਿਤੇ ਨਾ ਕਿਤੇ ਕੁਝ ਸੱਜਣ ਸੰਤੁਸ਼ਟ ਸਨ, ਕੁਝ ਨਾ ਸੰਤੁਸ਼ਟ ਸਨ। ਆਓ ਜਾਣਦੇ ਹਾਂ ਨਾ ਸੰਤੁਸ਼ਟੀ ਦਾ ਕਾਰਨ ਕੀ ਬਣਦਾ। ਮੇਰੇ ਨਾਲ ਨੇ ਵੀਰ ਸੁਖਜੀਤ ਸਿੰਘ ਖੋਸਾ, ਤੇ ਮੈਂ ਆਇਆ ਹੋਇਆ ਮੈਂ ਖੋਸੇ ਪਿੰਡ ਦੇ ਵਿੱਚ। ਇਹਨਾਂ ਦੇ ਕੋਲ ਜਾਣਦੇ ਹਾਂ ਕਿ ਉਹ ਪਾਵਨ ਸਵਰੂਪ ਪਰਿਵਾਰ ਕੋਲ ਜਾਣਾ ਚਾਹੀਦਾ ਸੀ, ਜਾਂ ਅਕਾਲ ਤਖਤ ਸਾਹਿਬ 'ਤੇ ਜਾਣਾ ਚਾਹੀਦਾ ਸੀ, ਜਾਂ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸੰਸਕਾਰ ਵਾਸਤੇ ਜਾਣਾ ਚਾਹੀਦਾ ਹੈ। 3 ਤਰ੍ਹਾਂ ਦੀਆਂ ਵਿਚਾਰਾਂ ਆਈਆਂ। ਪਰਿਵਾਰ ਦਾ ਕਹਿਣਾ ਇਹ ਹੈ ਕਿ ਸਾਡੇ ਕੋਲ ਪ੍ਰਾਚੀਨ ਸਵਰੂਪ ਹੈ, ਸਾਡੇ ਦਾਦੇ ਪੜਦਾਦੇ, ਇਸ ਕਰਕੇ ਸਵਰੂਪ ਸਾਡੇ ਕੋਲ ਆਵੇ। ਅਕਾਲ ਤਖਤ ਸਾਹਿਬ ਤੋਂ ਆਏ ਹੋਏ ਪ੍ਰਚਾਰਕ ਦਾ ਕਹਿਣਾ ਸੀ ਕਿ ਅਸੀਂ ਪ੍ਰਾਚੀਨ ਚੀਜ਼ਾਂ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਸਾਂਭ ਕੇ ਰੱਖਦੇ ਹਾਂ, ਇਹ ਪਾਵਨ ਸਵਰੂਪ ਸਾਡੇ ਕੋਲ ਜਾਵੇ। ਪਰ ਕਿਤੇ ਨਾ ਕਿਤੇ ਕੁਝ ਸੱਜਣਾਂ ਦਾ ਕਹਿਣਾ ਇਹ ਸੀ ਵੀ ਬੜੀਆਂ ਮਿਸਟੇਕਸ ਨੇ, ਬੜੀਆਂ ਤਰੁੱਟੀਆਂ ਨੇ, ਇਹ ਕੌਮ ਨੂੰ ਗੁੰਮਰਾਹ ਕਰਨਗੀਆਂ, ਤੇ ਇਸ ਕਰਕੇ ਇਹ ਸਿੱਧਾ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸੰਸਕਾਰ ਦੇ ਉੱਪਰ ਜਾਣਾ ਚਾਹੀਦਾ। ਆਓ ਇਸ ਪੂਰੇ ਮਾਮਲੇ ਨੂੰ ਲੈਂਦੇ ਹਾਂ ਬਰੀਕੀ ਵਿੱਚ ਜਾ ਕੇ, ਛਾਣਬੀਣ ਕਰਕੇ, ਤੇ ਕੌਮ ਦੇ ਅੱਗੇ ਸਾਰਾ ਸੱਚ ਰੱਖਦੇ ਹਾਂ। ਮੇਰੇ ਨਾਲ ਨੇ ਵੀਰ ਸੁਖਜੀਤ ਸਿੰਘ ਖੋਸਾ। ਆਓ ਤੁਹਾਡੇ ਸਭਨਾਂ ਵੱਲੋਂ ਵੀਰ ਜੀ ਨੂੰ ਪ੍ਰੋਗਰਾਮ ਦੇ ਵਿੱਚ ਜੀਓ ਆਇਆਂ ਆਖਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ, ਤੁਸੀਂ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ ਹੋ।
ਤੁਹਾਡਾ ਵੀ ਬਹੁਤ ਧੰਨਵਾਦ ਜੀ। ਤੁਸੀਂ ਸਾਡੇ ਨਗਰ ਵਿੱਚ ਆ ਕੇ ਸਾਡੀ ਆਵਾਜ਼ ਨੂੰ ਸੰਗਤ ਤੱਕ ਪਹੁੰਚਾ ਰਹੇ ਹੋ। ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ। ਵੀਰ ਸੁਖਜੀਤ ਸਿੰਘ ਖੋਸਾ ਜੀ, ਜਦੋਂ ਕੱਲ੍ਹ ਸਿਆਲਕਾ ਪਿੰਡ ਵਿਖੇ ਸਾਡੀ ਅਕਾਲ ਚੈਨਲ ਦੀ ਟੀਮ ਵੀ ਪਹੁੰਚੀ ਹੈ, ਉੱਥੇ ਹੋਰ ਮੀਡੀਆ ਵੀ ਪਹੁੰਚਿਆ ਹੈ, ਪ੍ਰਿੰਟ ਮੀਡੀਆ ਵੀ ਪਹੁੰਚਿਆ ਹੈ, ਕੁਝ ਵੈਬ ਚੈਨਲ ਵੀ ਪਹੁੰਚੇ ਸਨ। ਆਖਰਕਾਰ ਬਹੁਤ ਵੱਡਾ ਲਾਓ ਲਸ਼ਕਰ ਉੱਥੇ ਬਣ ਜਾਂਦਾ ਸੀ। ਉੱਥੇ ਜਦੋਂ ਪ੍ਰਾਚੀਨ ਪਰਿਵਾਰ ਵਾਲੇ ਆਏ ਨੇ ਕਿ ਸਵਰੂਪ 2016 ਤੋਂ ਸਾਡੇ ਘਰੋਂ ਲਿਆਂਦਾ ਗਿਆ ਤੇ ਸਾਨੂੰ ਵਾਪਸ ਕੀਤਾ ਜਾਵੇ। ਅਕਾਲ ਤਖਤ ਸਾਹਿਬ ਤੋਂ ਜਥਾ ਆਇਆ ਸੀ, ਉਹ ਕਹਿੰਦੇ ਅਕਾਲ ਤਖਤ ਸਾਹਿਬ ਤੇ ਜਾਵੇ। ਤੇ ਕੁਝ ਸੱਜਣ ਆਪਣੇ ਵਿੱਚੋਂ ਕਹਿ ਰਹੇ ਸਨ ਕਿ ਇਹਦੇ ਵਿੱਚ ਤਰੁੱਟੀਆਂ ਨੇ, ਕੌਮ ਗੁੰਮਰਾਹ ਨਾ ਹੋਵੇ, ਇਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾਣਾ ਚਾਹੀਦਾ ਤੇ ਸਵਰੂਪ ਦਾ ਸੰਸਕਾਰ ਹੋਣਾ ਚਾਹੀਦਾ। ਮੈਂ ਪੁੱਛਣਾ ਚਾਹੁੰਦਾ, ਤੁਹਾਡੇ ਮੁਤਾਬਕ ਉਹ ਸਵਰੂਪ ਕਿੱਥੇ ਜਾਣਾ ਚਾਹੀਦਾ ਸੀ? ਦੇਖੋ ਜੀ, ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਗੱਲ ਕੀਤੀ ਸੀ। ਜਦੋਂ ਸਤਿਕਾਰ ਕਮੇਟੀਆਂ ਦੇ ਕੋਲ ਸੀ, ਜੇ ਮੈਂ ਅੱਜ ਗੱਲ ਕਰੂੰਗਾ ਨਾ ਤੇ ਕਈਆਂ ਵੀਰਾਂ ਦੇ ਮਨ ਵਿੱਚ ਆ ਜਾਣਾ ਵੀ ਇਹ ਬਚਾਅ ਪੱਖ ਕਰਕੇ ਗੱਲਾਂ ਕਰਦੇ ਆ। ਬਲਬੀਰ ਸਿੰਘ ਮੱਛਲ ਹੁਣਾਂ ਨੂੰ ਵੀ ਤੁਸੀਂ ਸੁਣਿਆ ਸੀ, ਉਹਨਾਂ ਨੇ ਕਿਹਾ ਸੀ ਵੀ ਅਸੀਂ ਉੱਥੋਂ ਲਿਆਏ ਤਾਂ ਅਸੀਂ ਟਕਸਾਲ ਦੇ ਸਿੰਘ ਇਹਦਾ ਅਧਿਐਨ ਕਰਨਗੇ। ਕੀਤਾ ਵੀ ਹੈ ਸਿੰਘਾਂ ਨੇ। ਜਿਹੜੇ ਸਿੰਘ ਕੋਲ ਉੱਥੇ ਸੁਭਾਏਮਾਨ ਸੀਗੇ ਸਿਆਲਕਾ 'ਚ, ਉਹ ਟਕਸਾਲ ਦੇ ਵਿਦਿਆਰਥੀ ਆ, ਕਾਫੀ ਉਹਨਾਂ ਦੀ ਨੌਲੇਜ ਆ। ਉਹਨਾਂ ਨੇ ਅਧਿਆਇ ਕੀਤਾ। ਪਹਿਲਾਂ ਵੀ ਸਿੰਘਾਂ ਨੇ ਇਹ ਗੱਲ ਦੇਖ ਲਈ ਸੀ। ਹੁਣ ਸਵਾਲ ਤੁਹਾਡਾ ਖੜਾ ਵੀ ਪਹਿਲਾਂ ਕਿਉਂ ਨਹੀਂ ਦੱਸਿਆ? ਇਹੀ ਸਵਾਲ ਆ ਨਾ ਜੀ, ਵੀ ਅੱਜ ਤਾਂ ਤੁਸੀਂ ਕਹਿੰਦੇ ਆ ਜੀ ਆਹ ਗੱਲ ਪਹਿਲਾਂ ਕਿਉਂ ਨਹੀਂ ਦੱਸਿਆ? ਮੈਂ ਕੱਲ੍ਹ ਵੀ ਤੁਹਾਡੇ ਮੀਡੀਆ ਵੀਰ ਜੀ, ਮੇਰੀ ਇੱਕ ਬੇਨਤੀ ਹੈ, ਤੁਸੀਂ 2016 ਦੇ ਵਿੱਚ ਸਵਰੂਪ ਲੈ ਕੇ ਆਏ, ਪਰਿਵਾਰ ਨੂੰ ਤੁਹਾਡੀ ਟੀਮ ਨੇ ਕਿਹਾ ਵੀ 16 ਦਿਨਾਂ ਬਾਅਦ ਵਾਪਸ ਕਰ ਦਿਆਂਗੇ। ਜੇ 16 ਦਿਨਾਂ ਬਾਅਦ ਸਵਰੂਪ ਵਾਪਸ ਨਹੀਂ ਕੀਤਾ ਤੇ ਘੱਟੋ ਘੱਟ ਇੱਕ ਲੈਟਰ ਦੇ ਉੱਪਰ ਤੁਸੀਂ ਤਰੁੱਟੀਆਂ ਦੱਸਦੇ, ਕੁਝ ਦੱਸਦੇ, ਪਰਿਵਾਰ ਦੀ ਸੰਤੁਸ਼ਟੀ ਕਰਵਾਉਣਾ ਤੇ ਫਰਜ਼ ਸੀ ਕਿ ਨਹੀਂ ਫਰਜ਼ ਸੀ? ਦੇਖੋ ਜੀ, ਜਿਹਨਾਂ ਜ਼ਿੰਮੇਵਾਰ ਵੀਰਾਂ ਨਾਲ ਉਹਨਾਂ ਨੇ ਸੰਪਰਕ ਕੀਤਾ, ਉਹਨਾਂ ਦੇ ਕਹਿਣ ਮੁਤਾਬਕ ਆਹ 5-10 ਦਿਨਾਂ ਤੋਂ ਬਾਅਦ ਜਦੋਂ ਪ੍ਰੋਫੈਸਰ ਜਸਵੰਤ ਸਿੰਘ ਹੁਣਾਂ ਦੇ ਘਰੋਂ ਸਰੂਪ ਚਲੇ ਜਾਂਦੇ ਆ, ਅਕਾਲ ਤਖਤ ਸਾਹਿਬ ਦੇ ਜਥੇਦਾਰ ਬੋਲ ਪੈਂਦੇ ਆ, ਵੱਖ-ਵੱਖ ਸੰਸਥਾਵਾਂ ਸੋਸ਼ਲ ਮੀਡੀਆ 'ਤੇ ਵਿਰੋਧ ਹੱਕ ਦੀ ਗੱਲ ਚੱਲਦੀ ਆ, ਉਹਨਾਂ ਦਿਨਾਂ ਵਿੱਚ ਹੀ ਇਹ ਪਰਿਵਾਰ ਨੇ ਜਿਹੜੀ ਕੰਟੈਕਟ ਕੀਤਾ ਆ। ਪਹਿਲਾਂ ਕਿਸੇ ਨੇ ਸਾਡੇ ਨਾਲ, ਉਹਨਾਂ ਦੇ ਦੱਸਣ ਮੁਤਾਬਕ ਬਲਬੀਰ ਪਰਿਵਾਰ ਨੇ ਕੰਟੈਕਟ ਕੀਤਾ ਹੈ ਜਾਂ ਨਹੀਂ ਕੀਤਾ, ਵੱਖਰਾ ਵਿਸ਼ਾ ਆ ਗਿਆ। ਤੁਸੀਂ 2016 ਤੋਂ ਸਵਰੂਪ ਲੈ ਕੇ ਆਏ ਹੋ, 2020 ਆ ਗਿਆ, ਤੁਸੀਂ ਕੀ ਕੀਤਾ? ਜਿਹੜੀ ਚੀਜ਼ ਅੱਜ ਦੱਸਦੇ ਪਏ ਹੋ ਵੀ ਇਹਦੇ ਵਿੱਚ ਆ ਤਰੁੱਟੀਆਂ ਨੇ, ਇਹਦੇ ਵਿੱਚ ਆ ਵਾਧੂ ਬਾਣੀਆਂ ਨੇ, ਕੱਚੀ ਬਾਣੀ ਹੈ, ਇਹ 2016 ਤੋਂ ਲੈ ਕੇ 2020 ਤੱਕ ਜੇ ਇੱਕ ਇੱਕ ਚੀਜ਼ ਨੂੰ ਛਾਣਬੀਣ ਕੀਤੀ ਹੁੰਦੀ ਤੇ ਅੱਜ ਕੌਮ ਦੇ ਅੱਗੇ ਸੱਚ ਰੱਖਦੇ ਵੀ ਸਵਰੂਪ ਇਸ ਕਾਰਨ ਕਰਕੇ ਲੈ ਕੇ ਆਏ ਸਾਂ, ਮਜਾਲ ਹੈ ਕਿ ਤੁਹਾਡੇ ਤੇ ਉਂਗਲ ਵੀ ਚੁੱਕ ਜਾਂਦਾ। ਦੇਖੋ, ਕੁਝ ਕਾਰਨ ਬਣ ਜਾਂਦੇ ਆ, ਇਹ ਬੜਾ ਵੱਡਾ ਮਸਲਾ ਆ ਮਖੂ ਸਾਹਿਬ, ਛੋਟਾ ਮਸਲਾ ਨਹੀਂ ਸੀਗਾ। ਹੁਣ ਤੇ ਇੱਕ ਇਹ ਕੰਟਰੋਵਰਸੀ, ਤੇ ਵੱਡੇ ਮਸਲੇ ਤੇ ਧਿਆਨ ਸਗੋਂ ਜ਼ਿਆਦਾ ਦੇਣਾ ਚਾਹੀਦਾ ਨਾ। ਮੇਰੀ ਬੇਨਤੀ ਸੁਣੋ ਨਾ, ਇੱਕ ਕੰਟਰੋਵਰਸੀ ਚੋਂ ਪੈਦਾ ਹੋ ਗਈ ਗੱਲ। ਕੱਲ ਮੀਡੀਆ ਨੂੰ ਜਾ ਕੇ ਦਿਖਾਉਣਾ, ਕੱਲ ਸੋਨੇ ਦੇ ਬਹਾਨੇ ਕੱਚੀ ਬਾਣੀ ਦਾ ਪ੍ਰਗਟਾਵਾ ਹੋਇਆ। ਕੱਚੀ ਬਾਣੀ ਦਾ ਪ੍ਰਗਟਾਵਾ ਉੱਥੇ ਕੋਈ ਨਹੀਂ ਸੀ ਕਰਨ ਗਿਆ ਵੀ ਉਹਦੇ ਵਿੱਚ ਕੀ ਆ। ਉਹ ਸੋਨੇ ਦੇ, ਮੈਨੂੰ ਖਿਮਾ ਕਰਿਓ, ਜਿਹੜੇ ਸੋਨੇ ਦੇ ਅੰਗ ਜਾਂ 6 ਕਿਲੋ ਸੋਨਾ, ਉਹਨੂੰ ਵੇਖਣ ਵਾਸਤੇ ਹੀ ਮੀਡੀਆ ਗਿਆ ਸੀ ਵੀ ਵੇਖੀਏ ਤਾਂ ਸਹੀ ਵੀ ਹੈਗਾ ਵੀ ਆ ਜਾਂ ਮੋਰਚਾ ਫਤਿਹ ਕਰਤਾ ਇਹਨਾਂ ਨੇ ਵੀ। ਉਹ ਹੁਣ ਤੁਸੀਂ ਦੇਖ ਲਿਆ ਸੀਗਾ ਵੀ ਸ਼ੁਰੂਆਤ ਦੇ ਆਦ ਦੇ ਅੰਗ ਤੋਂ ਲੈ ਕੇ ਤੇ ਸੰਪੂਰਨਤਾ ਤੱਕ ਇੱਕੋ ਹੀ ਸਾਈ, ਇੱਕੋ ਹੀ ਅੰਗ, ਸਾਰੀ ਗੱਲ ਤੁਸੀਂ ਸਾਰੀ ਵਾਚੀ। ਹੁਣ ਤੁਹਾਡੀ ਗੱਲ ਆ ਗਈ ਵੀ ਕਿਉਂ ਨਹੀਂ ਦੱਸਿਆ? ਦੱਸਣਾ ਕਿਹਨੂੰ ਹੁੰਦਾ ਭਲਾ? ਇਹ ਗੱਲ ਕੌਣ ਵਾਚੂਗਾ? ਕੌਮ ਦਾ ਜਥੇਦਾਰ। 2016 'ਚ ਸਰੂਪ ਲੈ ਕੇ ਆਉਂਦੇ ਆ। ਜਿਹੜੇ ਜਥੇਦਾਰ ਸਾਹਿਬ ਹੁਣਾਂ ਕੋਲੋਂ 2015 'ਚ ਮਾਫੀਆਂ ਆਈਆਂ, ਉਹ ਕਿੰਨਾ ਚਿਰ ਰਹੇ? ਤਾਂ ਇੱਕ ਤਰ੍ਹਾਂ ਭਰੋਸੇਯੋਗਤਾ ਖਤਮ ਹੋ ਗਈ ਸੀ। ਕਿੱਥੇ ਜਾ ਕੇ ਰੱਖੀਏ? ਅੱਛਾ, ਫਿਰ ਜਿਹੜੇ ਹੁਣ ਆਏ ਮੁੜ ਕੇ, ਉਹਨਾਂ ਕੋਲ 2 ਤਖਤਾਂ ਦਾ ਸੇਵਾ ਹੈਗੀ ਹੈ। ਭਾਜੀ 2 ਤਖਤਾਂ ਦੀ ਸੇਵਾ ਜਾਂ 4 ਤਖਤਾਂ ਦੀ ਸੇਵਾ ਜਾਂ 5 ਤਖਤਾਂ ਦੀ ਸੇਵਾ, ਕੀ ਮਾਮਲਾ ਤੁਸੀਂ ਲੈ ਕੇ ਗਏ ਹੋ? ਮੇਰੀ ਬੇਨਤੀ ਸੁਣੋ, ਮਾਮਲਾ ਇਹ ਨਹੀਂ ਹੈਗਾ ਕਿ ਚਿੱਠੀ, ਉਹ ਤਾਂ ਤੁਸੀਂ ਦੱਸੋ ਵੀ ਤੁਸੀਂ ਕਿੰਨੀ ਵਾਰ ਫੋਨ ਕੀਤਾ ਮੌਜੂਦਾ ਰੈਗੂਲਰ, ਕਦੇ ਗੱਲ ਸੁਣੀ ਤੁਹਾਡੀ? ਅਸੀਂ ਤਾਂ 50 ਵਾਰੀ ਗੱਲ ਮਿਲੇ ਹੀ ਨਹੀਂ। ਦਿਖਾਈਏ ਜਾਂ ਗੱਲ ਕੀ ਨਾ ਕਰੀਏ, ਕੋਈ ਪਲੇਟਫਾਰਮ ਮਿਲੇ ਤੇ ਦਿਖਾ ਹੋਵੇ। ਹੁਣ ਇਹ ਜਦੋਂ ਨਿਕਲੀ ਆ ਗੱਲ ਸਾਰੀ, ਤੇ ਅਸੀਂ ਕੌਮ ਦੇ ਅੱਗੇ ਜਨਤਕ ਰੱਖ ਦਿੱਤੀ ਆ, ਕਰ ਦਿੱਤੀ ਆ। ਬਾਬਾ ਜੀ, ਜਿੱਥੇ ਸਤਿਕਾਰ ਕਮੇਟੀ ਦੀ ਆਲੋਚਨਾ ਕਰਦੇ ਆ ਵੀਰ, ਉੱਥੇ ਕਿਤੇ ਨਾ ਕਿਤੇ ਜੇ ਉਹਨਾਂ ਅੰਦਰ ਗੁਰੂ ਦੀ ਬਾਣੀ ਦਾ ਪਿਆਰ ਵਾ ਜੀ, ਤੇ ਉਹਨਾਂ ਨੂੰ ਸ਼ਲਾਘਾ ਵੀ ਕਰਨੀ ਚਾਹੀਦੀ ਆ ਕਿ 900 ਤੋਂ ਕੁਝ ਉੱਤੇ ਅੰਗ ਉਸ ਵੀਰ ਨੇ
ਇਹਦਾ ਉਤਾਰਾ ਕਰ ਲਿਆ ਸੀ। ਤੇ ਜੇ ਇਹ ਉਹ ਹੋਰ ਪਬਲਿਸ਼ ਹੁੰਦੇ ਆ ਤੇ ਮੈਂ ਅੱਗੇ ਵੀ ਕਿਹਾ ਸੀਗਾ ਉਹ ਕਿੱਡਾ ਵੱਡਾ ਕਾਰਨ ਬਣਦਾ ਸੀ। ਇੱਕ ਵੱਡਾ ਜਿਹੜਾ ਏਜੰਸੀਆਂ ਵੱਲੋਂ ਜਾਂ ਜਿਹੜੀਆਂ ਪੰਥ ਵਿਰੋਧੀ ਤਾਕਤਾਂ ਵਾ ਰਲਗੱਡ ਕਰਨ ਦੀ ਕੋਸ਼ਿਸ਼ ਕਰਦੀਆਂ ਵਾ ਉਹਨੂੰ ਰੋਕਣ ਦਾ ਇੱਕ ਵੱਡਾ ਉਪਰਾਲਾ ਸੀ ਇਹ। ਤੇ ਇਹ ਫਰਜ਼ ਕਿਹਦਾ ਬਣਦਾ ਸੀ? ਸਾਡਾ ਤਾਂ ਚਲੋ ਕਹਿਤਾ ਜੀ ਜਬਰੀ ਚੁੱਕ ਲਿਆ, ਦੂਜਾ ਚੁੱਕ ਲਿਆ। ਇਹ ਇੱਥੇ ਧਾੜਾਂ ਦੀਆਂ ਧਾੜਾਂ ਪ੍ਰਚਾਰਕਾਂ ਦੀਆਂ ਫਿਰਦੀਆਂ ਨੇ ਤੇ ਅਸੀਂ ਬੇਅਦਬੀਆਂ ਨੂੰ ਰੋਨੇ ਫਿਰਦੇ ਹਾਂ। ਤੇ ਕੀ ਗੱਲ ਇਸ ਸਰੂਪ ਬਾਰੇ ਅੱਜ ਇੰਟੈਲੀਜੈਂਸੀ ਵੀ ਖੜੀ ਹੋਈ ਫਿਰਦੀ ਆ। ਹੁਣ ਮੈਨੂੰ ਪਤਾ ਲੱਗਾ ਵਾ ਵੀ ਉਹ ਪਰਿਵਾਰ ਨੂੰ ਸਿਕਿਉਰਿਟੀ ਦੀ ਵੀ ਗੱਲ ਆ ਵੀ ਇੱਥੇ ਪੁਰਾਤਨ ਸਰੂਪ ਆ ਗਿਆ ਵਾ ਤੇ ਇਹਨਾਂ ਦੀ ਨਿਗਰਾਨੀ ਰੱਖੀ ਰਵੇ। ਅੱਜ ਕੁਛ ਮੈਂ ਔਨ ਦਾ ਰਿਕਾਰਡ ਇਹ ਗੱਲ ਸੁਣੀ ਆ, ਆਫ ਦਾ ਰਿਕਾਰਡ ਸੌਰੀ, ਵੀ ਇੱਦਾਂ ਦੀ ਗੱਲ ਵੀ ਹੋ ਰਹੀ ਆ। ਤੇ ਕੀ ਗੱਲ ਅੱਗੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ 1947 ਤੋਂ ਲੈ ਕੇ ਇੱਥੇ ਸਰੂਪ ਪ੍ਰਾਚੀਨ ਆ ਕੀ ਤੇ ਉਹਦੇ ਵਿੱਚ ਉਹਦੇ ਦਰਸ਼ਨ ਕਰਨੇ ਕਿਸੇ ਨੇ ਸਮਝੇ ਹੀ ਨਹੀਂ ਹੈਗੇ, ਠੀਕ ਨਹੀਂ ਸਮਝੇ ਆਣ ਕੇ। ਵੀਰਾ ਜੀ ਮੈਨੂੰ ਸਿਰਫ 2 ਮੇਰੇ ਸਵਾਲਾਂ ਦਾ ਜਵਾਬ ਚਾਹੀਦਾ ਤੇ 2 ਟੁਕ ਚਾਹੀਦਾ ਹੈ। ਪਹਿਲੀ ਗੱਲ ਤੇ ਇਹ ਆ ਵੀ 2016 ਤੋਂ ਲੈ ਕੇ 2020 4 ਸਾਲ ਦਾ ਤੇ ਸਮਾਂ ਸੀ ਤੇ 4 ਸਾਲਾਂ ਦੇ ਵਿੱਚ ਕੀ ਸਤਕਾਰ ਕਮੇਟੀ ਦੇ ਵਿੱਚ 4 ਸਿੰਘ ਵੀ ਐਸੇ ਨਹੀਂ ਸੀ ਜਿਹੜੇ ਬਾਣੀ ਚੰਗੀ ਤਰ੍ਹਾਂ ਪੜ੍ਹ ਸਕਦੇ ਹੁੰਦੇ। 4 ਸਿੰਘਾਂ ਦੀ 1 ਮਹੀਨੇ ਲਈ ਵੀ ਡਿਊਟੀ ਲਾ ਦਿੰਦੇ ਵੀ ਪੁੱਤਰ 2-2 ਘੰਟੇ ਟਾਈਮ ਆ ਕੇ ਕੱਢਿਆ ਕਰੋ ਤੇ ਜੋ ਵੀ ਤਰੁੱਟੀਆਂ ਨੇ ਉਹ ਘੱਟੋ ਘੱਟ ਇੱਕ ਨਾਲ ਦਮਦਮੀ ਬੀੜ ਦਾ ਪ੍ਰਕਾਸ਼ ਕਰ ਲੈਂਦੇ, ਇੱਕ ਨਾਲ ਇਹ ਵਾਲੀ ਬੀੜ ਦਾ ਪ੍ਰਕਾਸ਼ ਕਰ ਲੈਂਦੇ ਜਿਹੜੀ ਪ੍ਰਾਚੀਨ ਪਰਿਵਾਰ ਕੋਲੋਂ ਲੈ ਕੇ ਆਏ ਸੀ। ਤੇ ਜਿਹੜੀਆਂ ਤਰੁੱਟੀਆਂ ਨੇ 2-2 ਘੰਟੇ ਲਾ ਕੇ ਵੀ ਤਰੁੱਟੀਆਂ ਲਿਖਦੇ ਜਾਂਦਾ, ਤੀਜਾ ਸਿੰਘ ਲਿਖਦਾ ਜਾਂਦਾ ਤੇ ਲਿਖ ਕੇ ਤੇ ਮੇਰੇ ਖਿਆਲ 4 ਸਾਲਾਂ ਦੇ ਵਿੱਚ ਤੇ 4 ਸਾਲ ਤੇ ਬਹੁਤ ਜ਼ਿਆਦਾ ਤੁਸੀਂ 4 ਮਹੀਨਿਆਂ ਵਿੱਚ ਸਾਰਾ ਕਾਰਜ ਕੰਪਲੀਟ ਕਰ ਦੇਣਾ ਸੀ। ਕਿਤੇ ਨਾ ਕਿਤੇ ਮਿਸਟੇਕਸ ਆਪਣੀ ਵੀ ਰਹੀ ਹੈ। ਦੇਖੋ ਮੈਂ ਖੁੱਲ੍ਹੇ ਦਿਲ ਨਾਲ ਇਹ ਗੱਲ ਮੰਨਦਾ ਵਾਂ ਕਿ ਜਿਹੜੀ ਜਦੋਂ ਅਸੀਂ ਸੇਵਾਵਾਂ ਕਰਦੇ ਹਾਂ ਉਹਦੇ 'ਚ ਕਮੀਆਂ ਰਹਿ ਜਾਂਦੀਆਂ ਆ। ਮਨੁੱਖ ਪੂਰਾ ਨਹੀਂ ਗਾ, ਅਧੂਰਾ ਆ। ਸਾਰੇ ਕੰਮ ਜ਼ਰੂਰੀ ਨਹੀਂ ਹੈਗੇ ਕਿ ਸਤਿਕਾਰ ਕਮੇਟੀ ਕਰੇ। ਜਦੋਂ ਇਹ ਗੱਲ ਸਾਰਿਆਂ ਨੂੰ ਪਤਾ ਲੱਗ ਚੁੱਕੀ ਸੀਗੀ, ਅਖਬਾਰਾਂ 'ਚ ਆ ਗਿਆ ਸੀ, ਸਭ ਕੁਝ ਆ ਗਿਆ। ਹੁਣ ਵੇਖੋ ਅਸੀਂ ਅਸੀਂ ਸਾਡੇ ਪ੍ਰਚਾਰਕ ਆਉਂਦੇ ਆ ਗੁਰਦੁਆਰਿਆਂ 'ਚ ਲਿਸਟਾਂ ਬਣਾ ਕੇ ਦੂਜਾ ਤੀਜਾ, ਜਦੋਂ ਇੱਦਾਂ ਦਾ ਪ੍ਰਾਚੀਨ ਸਰੂਪ ਸਤਿਕਾਰ ਕਮੇਟੀ ਵਾਲੇ ਲੈ ਜਾਂਦੇ ਆ ਤੇ ਅੱਜ ਤੇ ਅਸੀਂ ਕਹਿੰਦੇ ਨੇ ਜੇ ਦਰਿਆਵਾਂ 'ਚ ਰੋੜ ਦਿੰਦੇ ਆ, ਵੇਚ ਦਿੰਦੇ ਆ, ਹੋ ਸਕਦਾ ਬੇਅਦਬੀ ਵਾਲਿਆਂ ਨੂੰ ਵੀ ਵੇਚ ਦਿੰਦੇ। ਹੁਣ ਉੱਥੋਂ ਸੁਣੀਆਂ ਤੁਸੀਂ ਗੱਲਾਂ, ਕੀ ਸਾਡਾ ਇਕੱਲਿਆਂ ਦਾ ਉਹਨਾਂ ਦਾ ਵੀ ਫਰਜ਼ ਬਣਦਾ ਸੀ ਨਾ ਆਣ ਕੇ ਜ਼ਿੰਮੇਵਾਰਾਂ ਦਾ ਕਿ ਉਹ ਆਉਂਦੇ ਤੇ ਸਤਿਕਾਰ ਕਮੇਟੀ ਕੋਲ ਲੈ ਜਾਂਦੇ ਤੇ ਉੱਥੇ ਜਾ ਕੇ ਉਹਦੀ ਪੁੱਛ ਪੜਤਾਲ ਕਰਦੇ, ਜਾ ਕੇ ਘੋਖ ਕਰਦੇ, ਵਿਚਾਰ ਕਰਦੇ। ਸਾਡੀ ਇਕੱਲਿਆਂ ਦੀ ਜ਼ਿੰਮੇਵਾਰੀ ਨਹੀਂ ਹੈ। ਇਹ ਸਤਿਕਾਰ ਕਮੇਟੀ ਕਿਹੜਾ ਅਕਾਲ ਤਖਤ ਸਾਹਿਬ ਨੂੰ ਪੁੱਛ ਕੇ ਉੱਥੋਂ ਸਰੂਪ ਲੈ ਕੇ ਗਈ ਸੀ ਵੀ ਅਕਾਲ ਤਖਤ ਸਾਹਿਬ ਦੀ ਨਿਗਰਾਨੀ ਦੇ ਵਿੱਚ ਸੀ? ਦੇਖੋ ਸਤਿਕਾਰ ਕਮੇਟੀ ਅਕਾਲ ਤਖਤ ਸਾਹਿਬ ਤੋਂ ਪੁੱਛ ਕੇ ਭਾਵੇਂ ਨਹੀਂ ਗਈ ਪਰ ਸਤਿਕਾਰ ਕਮੇਟੀ ਨੇ ਇੱਕ ਸਿੱਖ ਹੋਣ ਦਾ ਫਰਜ਼ ਨਿਭਾਇਆ ਵਾ ਕਿ ਉੱਥੇ ਮਰਜ਼ਾਦਾ ਦੇ ਅਕੋਰਡਿੰਗ ਗੁਰੂ ਗ੍ਰੰਥ ਸਾਹਿਬ ਨਹੀਂ ਸੀ, ਕਿਉਂਕਿ ਉਦੋਂ ਤੇ ਇਮੀਡੀਏਟਲੀ ਤੇ ਪੜ੍ਹਿਆ ਨਹੀਂ ਜੀ ਜਾ ਸਕਦਾ ਵੀ ਇਹਦੇ ਵਿੱਚ ਕੀ ਆ। ਜਿੰਨਾ ਕੁ ਕਰ ਸਕੇ ਆ ਉਹ ਤੁਹਾਡੇ ਰੂਬਰੂ ਕੀਤਾ, ਤੁਸੀਂ ਵੀ ਦਰਸ਼ਨ ਕੀਤੇ, ਉਹਦੇ 'ਚ ਕਿੰਨਾ ਕੱਚ-ਪੱਕ ਸੀ। ਅਸੀਂ ਇੰਨਾ ਉਹਦੇ ਵਿੱਚ ਤਰੁੱਟੀਆਂ ਕੀ ਨੇ? ਉਹਦੇ ਵਿੱਚ ਤਰੁੱਟੀਆਂ ਜਿਹੜੀਆਂ ਹੈਗੀਆਂ ਜਿੱਦਾਂ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਉਹਦੇ ਵਿੱਚ ਲਿਖਿਆ ਹੋਇਆ ਏਕ ਪਿਤਾ ਏਕਸ ਮਾਤਾ ਏਕਸ ਗੁਰ ਮਾਤਾ, ਐਵੇਂ ਦੀਆਂ ਰੱਤੇ ਸਹੀ ਜੇ ਮੁੱਖ ਨਾ ਮੁੜਨ, ਉਹਦੇ 'ਚ ਲਿਖਿਆ ਰੱਤੇ ਸੇ ਜੇ ਮੁੱਖ ਨਾ ਮੁੜੇਨ। ਤੇ ਇੱਕ ਉਹਦੇ ਵਿੱਚ ਇੰਝ ਕਹਿ ਲਈਏ ਵੀ ਲਗਾ ਕੰਨਾਂ ਮਾਤਰਾਵਾਂ ਦਾ ਬਿਲਕੁਲ ਵੀ ਖਿਆਲ ਨਹੀਂ ਰੱਖਿਆ ਗਿਆ। ਮੈਂ ਕਿਹਾ ਜੀ ਜੇ ਸੰਪੂਰਨ ਜਪਜੀ ਸਾਹਿਬ ਉਤੋਂ ਪੜ੍ਹ ਲਈਏ ਤੇ ਉਹ ਇੱਕ ਨਹੀਂ 32 ਗਲਤੀਆਂ ਵਾ ਬੇਅੰਤ। ਫਿਰ 9ਵੇਂ ਮਹੱਲੇ ਦੇ ਸ਼ਲੋਕ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਜਿਹੜੀ ਆਪਾਂ ਸਤਿਗੁਰਾਂ ਦੇ ਰੋਜ਼ ਦਰਸ਼ਨ ਕਰਦੇ ਹਾਂ ਉਹ ਕਿੱਥੇ ਆ, ਇਹਨਾਂ ਦੇ ਕਿੱਥੇ ਆ। ਇਹਨਾਂ ਦੇ ਇੱਕ ਹੋਰ ਰਚਨਾ ਜਿਹੜੀ ਹੈਗੀ ਆ ਹੋਰ ਗ੍ਰੰਥ ਦੀ ਉਹ ਹਾਂ ਰਾਜਾ ਸ਼ਿਵਨਾਬ ਦੀ ਜਾਂ ਹੋਰ ਉਹ ਆਪਣੀਆਂ ਚਿੰਨਾਂ ਵਾਲੀ ਇੱਦਾਂ ਉੱਦਾਂ ਕਈ ਕੁਝ ਇਹ ਜਿਹਾ ਹੈਗਾ ਕਿ ਫਿਰ ਜਿਹੜੇ ਪ੍ਰਚਾਰਕ ਵੀਰ ਆਏ ਉਹਨਾਂ ਨੇ ਵੀ ਇਹਨੂੰ ਅਯੋਗ ਕਰਾਰ ਦਿੱਤਾ ਪ੍ਰਕਾਸ਼ਮਾਨ ਹੋਣ ਤੋਂ। ਠੀਕ ਹੈ, ਹੁਣ ਗੱਲ ਤੁਸੀਂ ਕਰਦੇ ਸੀ 2 ਤੁਹਾਡੇ ਸਵਾਲ ਸੀ। ਇੱਕ ਤਾਂ ਮੈਂ ਦੇ ਸਕਿਆ ਕਿ ਠੀਕ ਆ ਅਸੀਂ ਆਪਣੀ ਡਿਊਟੀ ਨਹੀਂ ਨਿਭਾ ਸਕੇ, ਅਸੀਂ ਨਹੀਂ ਗਲਤੀਆਂ ਕੱਢ ਸਕੇ। ਜੇ ਅਸੀਂ ਨਹੀਂ ਕੱਢ ਸਕੇ ਤੇ ਕੱਲ੍ਹ ਕਿਹੜਾ ਕੱਢਣ ਦੀ ਕੋਸ਼ਿਸ਼ ਕੀਤੀ, ਫਿਰ ਪਰਿਵਾਰ ਨੂੰ ਫੇਰ ਕਿਉਂ ਦਿੱਤਾ ਗਿਆ? ਫਿਰ ਵੀ ਤੇ ਨੁਮਾਇੰਦਿਆਂ ਦੀ ਹਜ਼ੂਰੀ ਵਿੱਚ ਸਾਡਾ ਉੱਥੇ ਉਹਨਾਂ ਨੂੰ ਬੁਲਾਉਣ ਦਾ ਮਤਲਬ ਇਹ ਸੀਗਾ ਵੀ ਡਿਸੀਜਨ ਇਹ ਲੈਣ। ਉਹਨਾਂ ਨੇ ਵੀ ਤਾਂ ਫਿਰ ਉਹਨਾਂ ਨੂੰ ਦੇਤਾ। ਹੁਣ ਕੀ ਹੋਇਆ? ਅਸੀਂ ਤਾਂ ਜਿੱਦਾਂ ਕਹਿੰਦੇ ਹੁੰਦੇ ਆ ਆਪਣੇ ਸਿੰਘਾਂ 'ਤੇ ਲੱਗੇ ਧੱਬੇ ਨੂੰ ਜਿਹੜਾ
ਕੋਸ਼ਿਸ਼ ਕੀਤੀ ਸੀ ਵੀ ਸੰਗਤ ਦੇ ਸਾਹਮਣੇ ਇਹਦੇ ਦਰਸ਼ਨ ਹੋ ਜਾਣ ਵੀ ਸੋਨਾ ਨਹੀਂ। ਜੇ 6 ਕਿਲੋ ਸੋਨੇ ਦਾ ਭਾਅ ਸਰਦਾਰ ਸਾਹਿਬ ਤੁਸੀਂ ਜਾਣੋ ਤੇ 3 ਕਰੋੜ 42 ਲੱਖ ਦੇ ਲਾਗੇ ਬੰਨੇ ਬਣਦਾ, ਤੇ 3 ਕਰੋੜ 42 ਲੱਖ ਬਲਬੀਰ ਸਿੰਘ ਮੁੱਛਲ ਵਰਗੇ ਮਾਤੜ ਬੰਦੇ ਨੂੰ ਉਹਦਾ ਤਾਂ ਘਰ ਵੀ ਨਹੀਂ ਵਿਚਾਰੇ ਦਾ ਇੰਨਾ ਹੋਣਾ। ਸਾਰਾ ਮੇਰਾ ਖਿਆਲ ਵੀ ਗੁਆਂਢੀਆਂ ਦੀ ਜਾਇਦਾਦ ਨਹੀਂ ਵੇਚ ਕੇ ਪੂਰਾ ਹੋਣਾ, ਕਿੱਥੋਂ ਦਿੰਦੇ? ਨਹੀਂ, ਇਹ ਤਾਂ ਗੱਲ ਠੀਕ ਹੈ। ਤੁਹਾਡੇ ਮੁਤਾਬਕ ਹੁਣ ਜਿਹੜਾ ਸਵਰੂਪ ਹੈ ਕਿੱਥੇ ਜਾਣਾ ਚਾਹੀਦਾ? ਕਿਉਂਕਿ ਇੱਕ ਵਾਰੀ ਤਾਂ ਪਰਿਵਾਰ ਕੋਲੇ ਚਲਾ ਗਿਆ, ਅਕਾਲ ਤਖਤ ਸਾਹਿਬ ਤੇ ਜਾਣਾ ਚਾਹੀਦਾ ਜਾਂ ਸੰਸਕਾਰ ਵਾਸਤੇ ਗੋਇੰਦਵਾਲ ਸਾਹਿਬ ਜਾਣਾ ਚਾਹੀਦਾ? ਦੇਖੋ ਜੀ, ਜਿਹੜੀ ਉਹ ਸਿੱਖ ਲਾਇਫਰੈਂਸ ਲਾਇਬ੍ਰੇਰੀ 'ਚ ਰੱਖਣ ਦੀਆਂ ਗੱਲਾਂ ਕਰਦੇ ਸੀਗੇ, ਉਹ ਚੀਜ਼ ਰੱਖੀ ਜਾਂਦੀ ਆ ਜਿਹੜੀ ਬਿਰਧ ਹੋ ਜਾਵੇ ਤੇ ਉਹਦੇ ਸ਼ੁੱਧਤਾ 'ਚ ਕਮੀ ਨਾ ਹੋਵੇ। ਬਿਨ ਉਹ ਮਤਲਬ ਇਤਿਹਾਸਕ ਦਸਤਾਵੇਜ਼ ਹੋਵੇ। ਤੇ ਮਹਾਰਾਜ ਕਹਿੰਦੇ ਸਤਿਗੁਰਾਂ ਹੋਰ ਕੱਚੀ ਹੈ ਬਾਣੀ, ਤੇ ਇਹ ਤਾਂ ਕੱਚੀ ਬਾਣੀ ਆ, ਇਹਨੂੰ ਆਪਾਂ ਰੱਖ ਕੇ ਕੀ ਕਰਾਂਗੇ? ਇਹ ਤਾਂ ਮੇਰੇ ਖਿਆਲ ਮੁਤਾਬਕ ਇਹਦਾ ਦਾਹ ਸੰਸਕਾਰ ਹੋ ਜਾਣਾ ਚਾਹੀਦਾ। ਹਾਂ, ਹੁਣ ਤੁਸੀਂ ਆ ਗਏ ਨੁਕਤੇ ਤੇ, ਜਿਹੜਾ ਤੁਸੀਂ ਅੱਜ ਇਹ ਗੱਲ ਕਹਿੰਦੇ ਹੋ ਵੀ ਇਸ ਬੀੜ ਦਾ ਸੰਸਕਾਰ ਹੋ ਜਾਣਾ ਚਾਹੀਦਾ ਸੀ, ਤੇ ਜਦੋਂ ਤੁਹਾਡੀ ਟੀਮ ਲੈ ਕੇ ਆਈ ਤੇ ਫਿਰ ਸਿੱਧਾ ਆਪਣੇ ਪਿੰਡਾਂ ਦੇ ਵਿੱਚ ਹੀ ਕਿਉਂ ਲੈ ਕੇ ਗਏ? ਫਿਰ ਸੰਸਕਾਰ ਵਾਸਤੇ ਕਿਉਂ ਨਹੀਂ ਲੈ ਕੇ ਗਏ? ਅੱਛਾ, ਇਹਦਾ ਜਵਾਬ ਵੀ ਬਹੁਤ ਸੌਖਾ। ਜੇ ਸੰਸਕਾਰ ਕੀਤਾ ਹੁੰਦਾ ਨਾ ਤੇ ਫਿਰ 267 ਸਰੂਪਾਂ ਦੀ ਨਹੀਂ ਸੀ ਗੱਲ ਹੋਣੀ। ਅੱਜ ਬਲਬੀਰ ਸਿੰਘ ਮੁੱਛਲ ਉਹਨਾਂ ਨੂੰ ਹੁਣ ਟੰਗਿਆ ਹੋਣਾ ਸੀ ਪੁੱਠੇ, ਤੇ ਨਾਲ ਹੀ ਉਹਨਾਂ ਦੇ ਸਿੰਘਾਂ ਨੂੰ, ਤੇ 3 ਕਰੋੜ 42 ਲੱਖ ਵਾਲਾ ਇਲਜ਼ਾਮ ਲੱਗਦੇ ਹੋਣਾ ਸੀ। ਕਹਿਣਾ ਸੀ ਇਹਨਾਂ ਨੇ ਸੰਸਕਾਰ ਨਹੀਂ ਕੀਤਾ, ਸੋਨਾ ਵੇਚ ਕੇ ਖਾ ਗਿਆ। ਸਾਨੂੰ ਗੁਰਬਾਣੀ ਸੋਨਾ ਨਹੀਂ ਨਜ਼ਰ ਆਉਂਦੀ, ਜਿਹੜਾ ਬਾਹਰੀ ਸੋਨਾ ਉਹਦੀ ਗੱਲ ਹੁੰਦੀ ਸੀ। ਤੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿੱਦਣ ਇੱਕ ਜਲੰਧਰ ਮੀਟਿੰਗ 'ਚ ਬੈਠੇ ਸੀ, ਮੈਂ ਉਹਦਾ ਵਿਅਕਤੀ ਦਾ ਨਾਂ ਨਹੀਂ ਲੈਣਾ ਚਾਹੁੰਦਾ, ਉਹਨਾਂ ਨੇ ਮੈਨੂੰ ਕਿਹਾ, ਖੋਸਾ ਜੀ ਤੁਸੀਂ ਸਾਡੇ ਪੁਰਾਤਨ ਸਰੂਪ ਦੀ ਗੱਲ ਕਰੋ, ਨਵੇਂ ਦਾ ਕੀ ਆ, ਉਹ ਤਾਂ 1100 ਦਾ ਜਿੱਥੋਂ ਮਰਜ਼ੀ ਲੈ ਆਈਏ। ਆ ਸਾਡੀ ਮਾਨਸਿਕਤਾ ਵਾ, ਜਿਨ੍ਹਾਂ ਤੋਂ ਤੁਸੀਂ ਕਹਿੰਦੇ ਆ ਵੀ ਇਹਨਾਂ ਦੇ ਪਰਿਵਾਰਾਂ 'ਚ ਸ਼ਰਧਾ ਬੜੀ ਆ, ਦੂਜਾ ਤੀਜਾ। ਮੈਂ ਕਹਿਣਾ ਨਹੀਂ ਚਾਹੁੰਦਾ, ਖਿਮਾ ਮੰਗਦੇ ਹਾਂ ਕਿ ਮਸਲਾ ਜਿਹੜਾ ਸੀਗਾ ਉਹ ਅਸੀਂ ਜਿੱਦਾਂ ਕਿੱਦਾਂ ਵੀ ਗੁਰੂ ਦੀ ਕਿਰਪਾ ਨਾਲ, ਗੁਰੂ ਨੇ ਰਹਿਮਤ ਕੀਤੀ, ਤੁਹਾਡੇ ਸਾਰੇ ਵੀਰਾਂ ਦੇ ਸਹਿਯੋਗ ਨਾਲ, ਸੰਗਤ ਦੇ ਸਹਿਯੋਗ ਨਾਲ। ਉਹ ਨਹੀਂ, ਜਦੋਂ ਸਵਰੂਪ ਲੈ ਕੇ ਆਏ ਜੀ ਬਲਵੀਰ ਸਿੰਘ ਮੁੱਛਲ ਹਰੀ, ਉਦੋਂ ਉਹਨਾਂ ਨੇ ਅਯੋਗ ਕਰਾਰ ਦਿੱਤਾ ਵੀ ਇਹ ਜਗ੍ਹਾ ਪ੍ਰਕਾਸ਼ ਦੇ ਯੋਗ ਨਹੀਂ ਹੈ। ਤੇ ਕੱਲ ਜਦੋਂ ਸਵਰੂਪ ਤੁਸੀਂ ਵਾਪਸ ਉੱਥੇ ਭੇਜਿਆ ਆ, ਕੀ ਉਦੋਂ ਤੁਸੀਂ ਚੈਕਿੰਗ ਕਰ ਲਈ ਸੀ ਵੀ ਯੋਗ ਹੈ ਕਿ ਅਯੋਗ ਹੈ? ਸਰੂਪ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਭੇਜਿਆ ਕਿਹਨੇ ਆ। ਅਸੀਂ ਭੇਜਿਆ, ਸਾਡੀ ਸੁਪਰਵਿਜ਼ਨ 'ਚ ਨਹੀਂ ਆਇਆ। ਇਹ ਸਵਾਲ ਉਹਨਾਂ ਦਾ ਆ ਜਿਨ੍ਹਾਂ ਨੇ ਭੇਜਿਆ ਆ, ਨੁਮਾਇੰਦਿਆਂ ਦਾ। ਅਕਸਰ ਮੰਜੀ ਸਾਹਿਬ ਤੋਂ ਦਰਸ਼ਨ ਕਰਦੇ ਆ ਤੁਸੀਂ ਉਹਨਾਂ ਦੇ। ਇਹ ਹੁਣ ਤੁਸੀਂ ਇੱਦਾਂ ਹੀ ਬਣੀ ਬੱਤਰੀ ਟੀਮ ਲੈ ਕੇ ਉਹਨਾਂ ਕੋਲ ਜਾਓ ਤੇ ਉਹਨਾਂ ਨੂੰ ਪੁੱਛੋ। ਸਾਨੂੰ ਤਾਂ ਯੋਗ ਲੱਗਾ 2016 'ਚ ਸਾਡੇ ਸਿੰਘ ਜਾ ਕੇ ਮੁੱਛਲ ਸਾਹਿਬ ਲੈ ਆਏ। ਉਹਨਾਂ ਨੂੰ ਪੁੱਛੋ ਵੀ ਹੁਣ ਯੋਗ ਆ ਅਯੋਗ ਆ, ਕੀ ਕਰਨਾ ਕੀ ਨਹੀਂ ਕਰਨਾ, ਸੋਨਾ ਇਹਦੇ ਵਾਲਾ ਕਿੱਥੇ ਰੱਖਣਾ ਜਾਂ ਕਿੱਦਾਂ ਵਾ, ਠੀਕ ਵਾ ਗੱਲ? ਤੇ ਜਾਂ ਇੱਕ ਮੈਂ ਸਤਿਕਾਰਯੋਗ ਗੋਰੇ ਮਸਕੀਨ ਜੀ ਜਥੇਦਾਰ ਸਾਹਿਬ, ਉਹ ਕਹਿੰਦੇ ਸੀ ਵੀ ਰੋੜ ਦਿੰਦੇ ਆ, ਵੇਚ ਦਿੰਦੇ ਆ। ਹੋ ਸਕਦਾ ਬੇਅਦਬੀ ਵਾਲਿਆਂ ਨੂੰ ਦਿੰਦੇ ਹੋਣ। ਮਹਾਂਪੁਰਸ਼ੋ, ਇੱਦਾਂ ਬਾਦਲ ਕਿਆਂ ਨੂੰ ਕਲੀਨ ਚਿੱਟ ਨਹੀਂ ਜੇ ਮਿਲਣੀ। ਨਹੀਂ, ਜੇ ਕੋਈ ਕੌਮ ਦਾ ਦਰਦ ਮਹਿਸੂਸ ਕਰਕੇ ਬੋਲੇ ਤੇ ਉਹ ਬਾਦਲਾਂ ਨੂੰ ਕਲੀਨ ਚਿੱਟ ਆ? ਬਿਲਕੁਲ। ਮੈਂ ਦੱਸਦਾ, ਰੁਪਿੰਦਰ ਤੇ ਜਸਵਿੰਦਰ ਦਾ ਕੀ ਕਸੂਰ ਸੀ? ਬੇਅਦਬੀ ਕੀਤੀ ਸੀ ਉਹਨਾਂ ਨੇ, ਚਿੱਟੇ ਦੁੱਧ ਵਾਂਗੂ ਸਾਫ਼ ਹੋਈ। ਤੇ ਸਾਡੇ ਵੀ ਕਈ ਲੰਡੂ ਲਫੰਡਰ ਲਿਖਦੇ ਸੀ ਜੀ ਐਂ ਜੀ ਜੌਂ ਜੀ ਧੜੇ ਦੇ ਲਾਗੇ। ਅੱਜ ਚੁਲੂ ਭਰ ਪਾਣੀ 'ਚ ਨੱਕ ਡੋਬ ਕੇ ਮਰ ਜਾਣ ਉਹ ਨੌਜਵਾਨ ਤੇ ਕਲੀਨ ਚਿੱਟ ਹੋ ਗਏ। ਇਹ ਇੱਕ ਵੱਡੀ ਸਾਜ਼ਿਸ਼ ਆ ਮਖੂ ਸਾਹਿਬ। ਜਦੋਂ ਤਖਤ ਦਾ ਕੋਈ ਜਥੇਦਾਰ ਬੋਲੂਗਾ ਤੇ ਐਟੋਮੈਟਿਕ ਲੋਕ ਸੱਚ ਸਮਝਣਗੇ ਗੁਰੂ ਬਾਬੇ ਨੇ ਬੜੀ ਰਹਿਮਤ ਕੀਤੀ ਆ। ਕੂੜ ਨਖੁੱਟੇ ਨਾਨਕਾ, ਓੜਕ ਸੱਚ ਰਹੀ, ਸੱਚ 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 ਸਾਹਮਣੇ ਆਇਆ, ਸੱਚ ਸਾਹਮਣੇ ਆਇਆ। ਪਰ ਨਹੀਂ, ਇੱਕ ਸਵਾਲ ਹੈ ਮੇਰੇ ਮਨ ਦਾ, ਜੇ ਜਥੇਦਾਰ ਨਹੀਂ ਬੋਲਦੇ ਤੇ ਆਪਾਂ ਕਹਿ ਦਿੰਦੇ ਆ ਰਬੜ ਦੀਆਂ ਮੋਹਰਾਂ ਨੇ, ਇਹਨਾਂ ਨੇ ਬੋਲਣਾ ਹੀ ਨਹੀਂ, ਇਹ ਤੇ ਬਾਦਲਾਂ ਦੇ ਨੇ, ਫਲਾਣੇ ਨੇ। ਤੇ ਜੇ ਕੋਈ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਬੇਅਦਬੀਆਂ ਕੀਤੀਆਂ, ਉਹਨਾਂ ਖਦਸ਼ਾ ਜਤਾਇਆ। ਦੇਖੋ, ਖਦਸ਼ਾ ਜਤਾਉਣ, ਇੱਦਾਂ ਕਿਉਂ ਨਹੀਂ ਜਤਾਉਂਦੇ ਵੀ ਫਕਰੇ ਕੌਮ ਦਾ ਅਵਾਰਡ ਦਿੱਤਾ ਸੀ? ਅਵਾਰਡ ਕਿਉਂ ਦੇਈਦਾ? ਵੀ ਰਾਜ ਪ੍ਰਬੰਧ ਚੰਗਾ ਸੀ, ਠੀਕ ਹੈ, ਬਹੁਤ ਸਹੀ ਹੋਇਆ। ਤੇ ਉਹਦੇ ਵਾਰੀ ਤੇ ਬੋਲੇ ਨਹੀਂ। ਮਾਰੇ ਕਿ ਬੋਲ ਸੋ ਧਰਮੀ ਅੜਿਆ, ਮੌਨ ਕਤ ਧਾਰੀ। ਕਿਉਂ ਧਾਰੀ ਆ ਮੌਨ? ਫਿਰ ਦੀਵੇ ਕਿਉਂ ਬਣੇ ਹੋਏ ਆਟੇ ਦੇ? ਉਹਦਾ ਲੈਂਦੇ ਉਹ ਪਹਿਲਾ ਸੀਗਾ ਉਹਦੇ ਰਾਜ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਚੋਰੀ ਹੋ ਜਾਣਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚੈਲੰਜ ਕਰਕੇ ਗਲੀਆਂ 'ਚ ਖਿਲਾਰ ਦੇਣਾ। ਉਹਦਾ ਫਕਰੇ ਕੌਮ ਨਹੀਂ ਵਾਪਸ ਲਿਆ।
ਡਰ ਲੱਗਦਾ ਕਿ ਪੁਆਇੰਟ ਉਹ ਕਰਾਉਂਦੇ ਆ। ਅੱਜ ਸਤਿਕਾਰ ਕਮੇਟੀ ਨੂੰ ਕਟਹਿਰੇ ਵਿੱਚ ਖੜੇ ਵਾਲੇ ਭੱਦੇ ਭੱਦੇ ਬਿਆਨ ਦੇਣ ਦਾ ਵੀ ਇੱਕ ਕਾਰਨ ਆ ਵੀ 2022 ਦੀਆਂ ਇਲੈਕਸ਼ਨਾਂ ਜਿਹੜੀਆਂ ਇਹ ਸਤਿਕਾਰ ਕਮੇਟੀ ਵਾਲਿਆਂ ਨੇ 2017 ਵਿੱਚ ਵੀ ਖੁੱਲ੍ਹ ਕੇ ਕਿਹਾ ਸੀ ਵੀ ਬੇਅਦਬੀ ਦੇ ਦੋਸ਼ੀਆਂ ਨੂੰ ਮੂੰਹ ਨਾ ਲਾਇਓ। ਮੈਂ ਅੱਜ ਵੀ ਕਹਿੰਦਾ ਸਾਡਾ ਕਿਸੇ ਪਾਰਟੀ ਨਾਲ ਸੰਬੰਧ ਨਹੀਂ, ਜਿੰਨਾ ਚਿਰ ਇਹ ਕੁਨਬਾ ਜਿਨ੍ਹਾਂ ਦੇ ਰਾਜ ਵਿੱਚ ਬੇਅਦਬੀ ਹੋਈ ਕੀਤੀ, ਮਾਫੀਆਂ ਜਿਨ੍ਹਾਂ ਨੇ ਦਿੱਤੀਆਂ ਸੌਦੇ ਸਾਧ ਨੂੰ, ਜਿਨ੍ਹਾਂ ਨੇ ਦਵਾਈਆਂ, ਇਹ ਪੱਖ ਕਲੀਅਰ ਨਹੀਂ ਹੁੰਦੇ ਉਹਨਾਂ ਚਿਰ ਖਾਲਸਾ ਜੀ ਇਹਨਾਂ ਨੂੰ ਮੂੰਹ ਨਾ ਲਾਇਓ। ਇਹ ਧਿਆਨ ਚੰਦ ਡੋਗਰੇ ਦਾ ਟੱਬਰ ਵਾ, ਇਹਨਾਂ ਨੇ ਕੌਮ ਦਾ ਬੇੜਾ ਗਰਕ ਕੀਤਾ। ਮੰਨ ਲਿਆ ਜੇ ਜਥੇਦਾਰ ਨੇ ਬਿਆਨ ਦਿੱਤਾ ਤੇ ਆਪਾਂ ਕਹਿ ਦਿੱਤਾ ਵੀ ਇਹ ਬਾਦਲਾਂ ਦੇ ਹੱਕ ਦੀ ਗੱਲ ਕੀਤੀ ਹੈ, ਤੇ ਜੇ ਤੁਸੀਂ ਸਿੱਧਾ ਬਾਦਲਾਂ ਨੂੰ ਟਾਰਗੇਟ ਕਰ ਦਿੱਤਾ, ਕਿਤੇ ਨਾ ਕਿਤੇ ਕਾਂਗਰਸ ਨੂੰ ਸ਼ੇ ਆਪਾਂ ਵੀ ਨਹੀਂ ਦੇ ਰਹੇ। ਕਾਂਗਰਸ ਤੁਹਾਡੇ ਕੋਲ ਥਰਡ ਫਰੰਟ ਕਿਹੜਾ ਆ? ਕੋਈ ਸਿੱਖ ਸਿਆਸਤ ਤੁਹਾਡੀ ਕਿੱਥੇ ਹੈ? ਸਾਡੀ ਸਿੱਖ ਸਿਆਸਤ ਇਹੀ ਤੇ ਤਰਾਸਦੀ ਆ ਭਾਈ। ਅਸੀਂ ਤੁਹਾਡੇ ਮਾਧਿਅਮ ਤੋਂ ਨਾ ਕਾਂਗਰਸ ਨੂੰ ਆਖੀਏ ਚੰਗਾ, ਤੇ ਕਿਉਂਕਿ ਕਾਂਗਰਸ ਨੇ ਜੋ ਸਾਡੇ ਨਾਲ ਕੀਤਾ ਸਾਨੂੰ ਭੁੱਲਣਾ ਹੀ ਨਹੀਂ। ਟਾਇਰ ਪਾ ਪਾ ਕੇ ਗਲਾਂ 'ਚ ਸਾੜਿਆ, ਸ੍ਰੀ ਅਕਾਲ ਤੱਕ ਸਭ ਢਾਇਆ। ਸਾਡਾ ਇੱਥੇ ਕੋਈ ਨਹੀਂ ਹੈ। ਅੱਜ ਸ਼ਾਹ ਮੁਹੰਮਦਾ ਇੱਕ ਜਰਨੈਲ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਕੌਮੀ ਜਿਹੜੇ ਦਰਦ ਰੱਖਣ ਵਾਲੇ ਲੋਕ ਆ, ਉਹਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈਗਾ। ਸਾਡਾ ਕਸੂਰ ਕੀ ਆ? ਸਾਡਾ ਕਸੂਰ ਇਹ ਆ ਨਾ, ਹਾਂ ਸਾਡਾ ਸੇਵਾ ਕਰਨ ਦਾ ਢੰਗ ਤਰੀਕਾ ਕਿਸੇ ਨੂੰ ਚੰਗਾ ਨਾ ਲੱਗਦਾ ਹੋਵੇ। ਹੋ ਸਕਦਾ ਸਾਡੇ ਵਿੱਚ ਕਾਫੀ ਖਨਾਮੀਆਂ ਰਹਿ ਜਾਂਦੀਆਂ ਹੁਣ ਕੰਮ ਕਰਨ ਵਿੱਚ। ਜਿਹੜਾ ਮਖੂ ਸਾਹਿਬ ਗੱਡੀ ਸੜਕ 'ਤੇ ਚਲਾਉਂਦਾ ਵਾ, ਐਕਸੀਡੈਂਟ ਉਹ ਕੋ ਹੁੰਦਾ ਵਾ, ਗਲਤੀ ਉਹ ਕੋ ਹੁੰਦੀ ਆ। ਜਿਹੜਾ ਘਰ 'ਚ ਬੈਠਾ ਵਾ ਵਟਸਐਪ ਫੇਸਬੁੱਕ 'ਤੇ ਗੱਲ ਕਰੀ ਜਾਂਦਾ ਇਕੱਲੀ, ਉਹ ਕੋ ਕਾਹਦੀ ਗਲਤੀ ਹੋਣੀ ਆ? ਉਹ ਕੋ ਕੀ ਗਲਤੀ ਹੋ ਜੂਗੀ? ਜੇ ਕੋਈ ਸੇਵਾ ਕਰਦਾ ਵਾ ਉਹਦੇ ਕੋਲ ਖਨਾਮੀਆਂ ਹੋ ਜਾਣੀਆਂ ਸੁਭਾਵਿਕ ਆ। ਇਹ ਨਹੀਂ ਹੈਗਾ ਕਿ ਉਹਨੂੰ ਆਪਾਂ ਘਰੋਂ ਹੀ ਬਾਹਰ ਕੱਢ ਦੇਣਾ ਵਾ, ਉਹਨੂੰ ਕਹਿਣਾ ਇਹ ਸਾਡਾ ਹੀ ਨਹੀਂ ਹੈ। ਉਹਨੂੰ ਗੱਲ ਨਾਲ ਲਾਉਣ ਦੀ ਗੱਲ ਇੱਥੇ ਨਹੀਂ ਕੀਤੀ ਜਾਂਦੀ। ਕਿਉਂ ਨਹੀਂ ਕੀਤੀ ਜਾਂਦੀ? ਕਿ ਅਸੀਂ ਉਸ ਧੜੇ ਨੂੰ ਪ੍ਰੈਫਰੈਂਸ ਨਹੀਂ ਦਿੰਦੇ। ਇੱਕ ਮੇਰੇ ਸਵਾਲ ਲਾਸਟ ਦੇ ਉੱਪਰ ਹੈ ਜੀ, ਤੁਹਾਨੂੰ ਕੀ ਖਦਸ਼ਾ ਲੱਗਦਾ ਪਿਆ ਵੀ ਜੇ ਉਹ ਪਰਿਵਾਰ ਕੋਲੇ ਸਵਰੂਪ ਰਹਿੰਦਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆ ਕੇ ਕਹੇਗਾ ਇਹ ਤੇ ਪ੍ਰਾਚੀਨ ਹੈ ਤੇ ਪਾਕਿਸਤਾਨ ਤੋਂ ਆਇਆ ਸੀ, ਤੇ ਜਿਹੜਾ ਬਾਕੀ ਵੀ ਜਿਹੜੇ ਸਵਰੂਪ ਨੇ ਉਹਨਾਂ ਨੂੰ ਵੀ ਇਹਨਾਂ ਦੇ ਅਕੋਰਡਿੰਗ ਦੇਖਿਆ ਜਾਵੇ, ਕਿਉਂਕਿ ਉਹ ਤੇ ਬਾਅਦ ਵਿੱਚ ਛਪੇ ਨੇ, ਉਹ ਤੇ ਕੱਲ੍ਹ ਦੀਆਂ ਛਪਾਈਆਂ ਹੋਈਆਂ ਨੇ, ਪ੍ਰਿੰਟਿੰਗ ਪ੍ਰੈਸ ਤੇ ਕੱਲ੍ਹ ਦੀਆਂ ਗੱਲਾਂ ਨੇ, ਵੀ ਤੁਹਾਨੂੰ ਲੱਗਦਾ ਕੋਈ ਖਦਸ਼ਾ ਵੱਡਾ ਨਜ਼ਰ ਆ ਰਿਹਾ ਕਿ ਕੋਈ ਸਿੱਖ ਵਿਰੋਧੀ ਤਾਕਤ ਪਿੱਛੇ ਕੰਮ ਕਰ ਸਕਦੀ ਹੈ ਜਾਂ ਕੀਤਾ ਹੋਵੇਗਾ? ਦੇਖੋ ਜੀ, ਦੋ ਗੱਲਾਂ ਜੋੜੀਆਂ ਗਈਆਂ ਸੋਸ਼ਲ ਮੀਡੀਆ ਤੇ ਇਸ ਗੱਲ ਦੀ। ਇਹਦੀ ਹੁਣ ਤਹਿਕੀਕਾਤ ਕਰਨ ਉਹ ਲੋਕ ਜਿਨ੍ਹਾਂ ਦੇ ਪਾਸਪੋਰਟ ਹੈਗੇ ਆ ਤੇ ਜਿਹੜੇ ਬਾਹਰ ਅੰਦਰ ਜਾ ਸਕਦੇ ਆ, ਪਾਕਿਸਤਾਨ ਵੀ ਜਾ ਸਕਦੇ, ਕਿਉਂਕਿ ਅਸੀਂ ਤਾਂ ਜਿਹੜੇ ਸਾਨੂੰ ਕਹਿੰਦੇ ਨਾ ਇਹ ਸਰਕਾਰ ਦੇ ਆ, ਨਾ ਸਾਡੇ ਤੇ ਢਿੱਲ ਕੀਤੀ ਕਾਂਗਰਸ ਨੇ ਤੇ ਨਾ ਅਕਾਲੀਆਂ ਨੇ। 4 ਪਰਚੇ ਮੇਰੇ ਤੇ ਕਾਂਗਰਸ ਨੇ ਕਰਵਾਏ ਆ, ਕਾਂਗਰਸ ਦੇ ਰਾਜ 'ਚ ਹੋਏ ਆ ਜਾਂ ਕਰਵਾਏ, ਤੇ 10-11 ਇਹਨਾਂ ਮਹਾਂਪੁਰਸ਼ਾਂ ਦੇ ਰਾਜ 'ਚ ਹੋਏ ਸੀ, ਡੋਗਰਿਆਂ ਦੇ ਟੱਬਰ ਵਾਲੇ ਪਿਛਲੇ 'ਚ 10 ਸਾਲ। ਤੇ ਮਸਲਾ ਕੀ ਹੈਗਾ? ਇਹ ਲੋਕ ਤਾਂ ਕਹਿ ਰਹੇ ਸੀ ਪਰਿਵਾਰ ਵਾਲੇ ਕਿ ਇਹ ਭਾਈ ਤਾਰੂ ਸਿੰਘ ਦੇ ਅਸਥਾਨ 'ਤੇ ਸੁਭਾਇਮਾਨ ਸੀ ਸਰੂਪ, ਠੀਕ ਹੈ। ਤੇ ਫਿਰ ਵੱਡਾ ਸਵਾਲ ਆ ਵੀ ਭਾਈ ਤਾਰੂ ਸਿੰਘ ਉਹਨਾਂ ਨੇ ਤੇ ਖੋਪਰ ਲਵਾਤਾ, ਤੇ ਕੀ ਖੋਪਰ ਲਵਾਉਣ ਵਾਲੇ ਗੁਰਮੁਖ ਪਿਆਰੇ ਦੇ ਅਧੂਰਾ ਸਰੂਪ ਪ੍ਰਕਾਸ਼ਮਾਨ ਸੀਗਾ? ਇਹ ਗੱਲ ਆਈ ਆ ਸੋਸ਼ਲ ਮੀਡੀਆ 'ਚ ਵੀ ਸਰੂਪ ਉੱਥੋਂ ਲਿਆਂਦਾ ਜੀ, ਉੱਥੇ ਸੀ ਜੀ। ਮਤਲਬ ਕਿ ਹੁਣ ਇਹ ਗੱਲ ਤੇ ਚਿੱਟੇ ਦਿਨ ਵਾਂਗੂ ਸਾਫ਼ ਹੈ ਵੀ ਤਰੁੱਟੀਆਂ ਬੇਅੰਤੀ ਹੈ। ਮੈਂ ਕਿਹਾ ਯਾਰ ਬਾਬਾ ਜੀ, ਵਾਹਿਗੁਰੂ ਖਿਮਾ ਕਰਿਓ ਭਾਈ ਸਾਹਿਬ, ਇਹ ਇੱਕ ਇਮੋਸ਼ਨਲ ਵਿਊ ਖਿੱਚਣ ਵਾਸਤੇ ਕੁਝ ਮੀਡੀਆ ਵਾਲਿਆਂ ਨੇ ਆਪਣਾ TRP ਵਧਾਉਣ ਦੀ ਖਾਤਰ ਬਹੁਤ ਕੁਝ ਕੀਤਾ। ਇਹ ਸੋਨਾ ਸ਼ਹੀਦ ਪਰਿਵਾਰਾਂ ਦਾ ਤੇ ਭਾਈ ਤਾਰੂ ਸਿੰਘ ਨਾਲ ਪਾਕਿਸਤਾਨ ਤੋਂ ਕਹਿਣ ਨੂੰ ਹੀ ਆ ਜੀ। ਹੁਣ ਅਸੀਂ ਬੜੀਆਂ ਕਬਰਾਂ 'ਤੇ ਪਾਠ ਰੋਕਣ ਜਾਂਦੇ ਹਾਂ ਤੇ ਉਹ ਸਾਨੂੰ ਕਹਿੰਦੇ ਆ ਇਹ 100 ਸਾਲ ਪੁਰਾਣੀ ਪਰੰਪਰਾ ਜੀ ਇੱਥੇ। ਕਈ ਤਾਂ 500 ਸਾਲ ਕਹਿ ਦਿੰਦੇ, ਉਹ ਤੇ ਹਾਸਾ ਆਊਗਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜੇ ਸੰਪਾਦਨਾ ਪ੍ਰਕਾਸ਼ ਹੋਏ ਨੂੰ ਨਹੀਂ 500 ਹੋਇਆ, ਤੇ ਇਹ ਜਿਹਨੇ ਸਾਡੀ ਬੜੀ 500 ਸਾਲ ਪੁਰਾਣੀ ਆ। 500 ਸਾਲ ਦਾ ਪਾਠ ਹੁੰਦਾ, ਉਹ 500 ਸਾਲ ਦਾ ਪਾਠ ਕਹਿ ਦਿੰਦੇ ਆ। ਇਸ ਕਰਕੇ ਵੇਖੋ, ਸਟੇਟਮੈਂਟ ਹੁਣ ਮੈਂ ਕੋਈ ਦੇਈ ਜਾਂਦਾ, ਤੁਹਾਡੇ ਕੋਲ ਦੇਈ ਜਾਂਦਾ ਨਾ, ਵੈਸੇ ਤਾਂ ਡਾਕੂਮੈਂਟ ਬਣ ਜਾਣਾ ਇਹ, ਪਰੰਤੂ ਮੈਂ ਕੀ ਬੋਲਦਾ ਵਾਂ, ਫਿਰ ਉਹਦਾ ਜ਼ਿੰਮੇਵਾਰ ਮੈਂ। ਹੁਣ ਮੁੱਖ ਦਾ ਸਵਾਲ ਇਹ ਹੈ ਕਿ ਜਿਵੇਂ ਹੁਣ ਪ੍ਰਾਚੀਨ ਆ, ਵੀ ਤੁਹਾਨੂੰ ਖਦਸ਼ਾ ਕੁਝ ਹੋਰ ਨਜ਼ਰ ਆ ਰਿਹਾ ਇਹਦੇ ਪਿੱਛੇ? ਇਹ ਬਹੁਤ ਵੱਡਾ ਖਦਸ਼ਾ ਆ। ਜੇ ਇਹ ਸਰੂਪ ਇੱਦਾਂ ਹੀ ਸੁਭਾਇਮਾਨ ਰਹਿੰਦਾ ਆ, ਆਉਣ ਵਾਲੇ ਸਾਲਾਂ ਵਿੱਚ ਜਿਹੜੇ
ਸਾਡੇ ਸਰੂਪ ਇਸ ਵੇਲੇ ਮੌਜੂਦਾ ਦਮਦਮੀ ਬੀੜ ਜਿਹਨੂੰ ਆਪਾਂ ਕਹਿੰਦੇ ਹਾਂ, ਮਹਾਰਾਜ ਸਾਹਿਬ ਦੀ ਪ੍ਰਕਾਸ਼ ਆ, ਦਮਦਮੀ ਬੀੜ ਕਹਿ ਕੇ ਪੁਕਾਰਦੇ ਹਾਂ। ਖਿਮਾ ਕਰਿਓ, ਕਈਆਂ ਨੂੰ ਇਤਰਾਜ਼ ਹੋ ਜਾਣਾ ਬੀੜ ਸ਼ਬਦ ਦੇ ਨਾਂ ਤੋਂ ਵੀ ਲਿਖਿਆ ਵੈਸੇ ਇੱਦਾਂ ਹੀ ਹੁੰਦਾ ਜਦੋਂ ਦਰਸ਼ਨ ਕਰੀਦੇ ਦਮਦਮੀ ਬੀੜ ਦਾ ਉਤਾਰਾ। ਇਹ ਏਜੰਸੀਆਂ ਕਿਸੇ ਦਿਨ ਨੂੰ ਸਵਾਲ ਕਰਨਗੀਆਂ ਵੀ ਉਹ ਜਲੰਧਰ ਵਿੱਚ 47 ਤੋਂ ਪਹਿਲਾਂ ਦਾ ਸਰੂਪ ਹੈ, ਇਹਦੇ ਨਾਲ ਮਲੰਕਲ ਕਰਾਓ, ਤੇ ਤੁਸੀਂ ਵੀ ਨਹੀਂ ਉਦੋਂ ਹੋਣਾ, ਮੈਂ ਵੀ ਨਹੀਂ ਉਦੋਂ ਹੋਣਾ। ਆਹ ਜਿਹੜੀਆਂ ਮੀਡੀਆ ਵਾਲੀਆਂ ਗੱਲਾਂ ਪਈਆਂ ਹੋਣੀਆਂ, ਸ਼ਾਇਦ ਇਹ 'ਤੇ ਕਿਸੇ ਨੇ ਯਕੀਨ ਕਰਨਾ ਕਿ ਨਹੀਂ ਕਰਨਾ, ਕੀ ਹੋਣਾ ਕੀ ਨਹੀਂ, ਉਦੋਂ ਫਿਰ ਮੌਕੇ ਦਾ ਗਵਾਹ ਕੋਈ ਨਹੀਂ ਹੋਣਾ, ਅਤੇ ਹੋ ਸਕਦਾ ਸਾਡੇ ਬੱਚਿਆਂ ਨੂੰ ਗੁੰਮਰਾਹ ਕਰ ਦੇਣ। ਅਗਲੇ ਕਹਿਣਾ ਸ਼ੁੱਧ ਵਾ, ਅਤੇ ਫਿਰ ਜਿਹੜੀਆਂ ਗੱਲਾਂ ਚੱਲਦੀਆਂ ਵਾ ਵੀ ਇਹ ਤਾਂ ਵਿਸ਼ਨੂੰ ਕਾ ਮੰਦਰ ਥਾ, ਅਗਲੇ ਹੱਕ ਠੋਕ ਕੇ ਪਾਉਂਦੇ ਆ, ਅਤੇ ਉਹ ਕਹਿਣਗੇ ਹਾਂ ਠੀਕ ਆ, ਵੇ ਗੁਰੂ ਗ੍ਰੰਥ ਸਾਹਿਬ 'ਚ ਵੀ ਇੱਦਾਂ ਦੀ ਗੱਲ ਲਿਖੀ ਆ। ਐਡੀ ਵੱਡੀ ਗੱਲ ਵਾ। ਇਸ ਕਰਕੇ ਮੈਂ ਕੱਲ੍ਹ ਤੁਹਾਡੇ ਮੀਡੀਆ 'ਤੇ ਕਿਹਾ ਸੀ ਕਿ ਜਥੇਦਾਰ ਸਾਹਿਬ ਸੌਦਾ ਹੋ ਗਿਆ, ਸੌਦਾ ਹੋ ਗਿਆ ਜਾਂ ਕਰ ਲਿਆ ਪੰਥ ਦਾ ਨੂੰ ਰਸਾਤਲ 'ਚ ਸਿੱਟਣ ਦਾ। ਕਿਹਦਾ ਸੌਦਾ ਹੋ ਗਿਆ? ਜਾਂ ਕਰ ਲਿਆ ਜਾਂ ਕਰਨਾ ਵਾ, ਕਿ ਜਾਂ ਤੁਹਾਡਾ ਮਨ ਹੀ ਬਣ ਗਿਆ ਵਾ ਵੀ ਪੰਥ ਵਸੇ ਮੈਂ ਉੱਜਣਾ, ਇਹ ਰੱਖਣਾ ਹੀ ਨਿਗਾ, ਮੈਂ ਵਸਾਂ ਪੰਥ ਉੱਜੜੇ। ਕੌਣ ਕਰੂਗਾ? ਸ਼੍ਰੋਮਣੀ ਕਮੇਟੀ। ਮੈਂ ਤੁਹਾਡੇ ਇਸ ਚੈਨਲ ਦੇ ਰਾਹੀਂ ਉਹਨਾਂ ਨੂੰ ਚੈਲੰਜ ਕਰਦਾ ਵਾਂ, ਮੈਨੂੰ ਗਿਣਤੀ ਦੱਸ ਦੇਵੇ ਪੂਰੇ ਪੰਜਾਬ 'ਚ ਸਰੂਪ ਕਿੰਨੇ ਆ, ਕਿੰਨੇ ਸਰੂਪ ਵਾ, ਕਿੱਥੇ ਕਿੱਥੇ ਆ। ਤੇ ਨਹੀਂ ਮੇਰੇ ਕੋ ਆ ਜਾਣ, ਮੈਂ ਦੱਸਦਾ ਉਹਨਾਂ ਨੂੰ ਜਲੰਧਰ ਜ਼ਿਲ੍ਹੇ 'ਚ ਕਿੱਥੇ ਕਿੱਥੇ ਕਿੰਨੇ ਸਰੂਪ ਆ। ਇਹ ਕੌਣ ਕਰੂਗਾ? ਅਸੀਂ ਰੋਨੇ ਫਿਰਦੇ ਹਾਂ। ਆ ਕੱਲ੍ਹ ਦੀ ਹਜੇ ਘਟਨਾ ਵਾ ਹਰਿਆਣੇ 'ਚ। ਨਿੱਜੀ ਦਾ ਕੀ ਆ? ਜਿਹੜੇ ਲੋਕ ਮੇਰੇ ਵੀਰ ਕਹਿੰਦੇ ਜੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਤੋੜਦੇ ਆ, ਹਾਂ ਤੁਹਾਡੀ ਗੱਲ ਸੱਤ ਵਾ ਬਈ। ਨਿੱਜੀ ਸਰੂਪ ਪ੍ਰਕਾਸ਼ ਮਾਨ ਸੀ, ਜਾਇਦਾਦ ਦਾ ਝਗੜਾ ਹੋਇਆ, ਅਗਲਿਆਂ ਨੇ ਅੰਗ ਨਹੀਂ ਖਿਲਾਰੇ ਹਰਿਆਣੇ 'ਚ। ਹਜੇ ਪਰਸੋਂ ਦੀ ਘਟਨਾ ਵਾ। ਉਹ ਨਾਮਧਾਰੀਏ ਸੀਗੇ, ਆਪਦੇ ਜਿਹੜਾ ਉਹਨਾਂ ਦਾ ਬਾਬਾ ਹੈਗਾ ਉਹਦੇ ਲਈ ਮੰਜਾ ਲਾਇਆ, ਸਭ ਕੁਛ ਲਾਇਆ, ਅਤੇ ਜੇ ਉਹਨਾਂ ਦੀ ਜ਼ਮੀਨ ਦਾ ਲੜਾਈ ਸੀ ਤਾਂ ਉਹਨਾਂ ਨੇ ਬਾਬੇ ਦੀ ਫੋਟੋ ਕਿਉਂ ਨਹੀਂ ਵਗਾ ਕੇ ਮਾਰੀ? ਗੁਰੂ ਗ੍ਰੰਥ ਸਾਹਿਬ ਦੇ ਕਿਉਂ ਉਹਨਾਂ ਨੇ ਅੰਗ ਸੱਟਿਆ ਬਾਹਰ? ਇੱਥੇ ਹੁਣ ਲਵੇ ਜਿਹੜੇ ਜਥੇਦਾਰ ਬੋਲਦੇ ਆ, ਰੌਲਾ ਪਾਉਂਦੇ ਆ, ਉਹ ਲੈਣ ਸਟੈਂਡ। ਹੁਣ ਲਿਆਉਣਗੇ ਉੱਥੋਂ ਸਰੂਪ, ਕਰਾਉਣਗੇ ਉਹ ਗੁਰਦੁਆਰਾ ਬੰਦ। ਇੱਦਾਂ ਦੇ ਕਿੰਨੇ ਡੇਰੇ ਆ, ਇੱਕ ਨਹੀਂ ਦੌਧਰ ਮੋਗੇ ਕਰਾਉਣਗੇ, ਕਵਰ ਬਣੀ ਹੋਈ ਆ। ਚੰਦ ਪੁਰਾਣੇ ਵਾਲਾ ਦਸੀਆਂ ਮੰਡੀਆਂ ਦਾ ਕਰਾਉਣਗੇ। ਬਾਜਵਾ ਕਲਾਂ ਸ਼ਾਹਕੋਟ 'ਚ ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਸਮਾਧ ਬਣੀਆਂ ਕਰਾਉਣਗੇ। ਜੋਤੀ ਸਰੂਪ ਗੁਰਦੁਆਰੇ ਦੇ ਅੰਦਰ ਕਬਰ ਬਣੀ ਹੋਈ ਆ, ਕਰਾਉਣਗੇ। ਕਰਨਗੇ ਕੁਛ ਜਾਂ ਇਕੱਲੇ ਅਖਬਾਰਾਂ ਵਾਲੇ ਸ਼ੇਰ ਰਹਿਣਗੇ? ਕਰਨ ਕੁਛ। ਜਿਹੜੇ ਕਰਦੇ ਆ ਉਹਨਾਂ ਨੂੰ ਕਰਨ ਨਹੀਂ ਦੇਣਾ। ਪੰਜਾਬੀ ਦੀ ਕਹਾਵਤ ਆ, ਮੈਨੂੰ ਖਿਮਾ ਕਰਿਓ, ਨਾ ਖੇਡਣਾ ਨਾ ਖੇਡਣ ਦੇਣਾ, ਖੋਤੀ 'ਚ ਮੁੱਤਣਾ। ਆਪ ਨਾ ਦੇ ਚੁਰੂ ਪਰ ਪਾਣੀ, ਤੈ ਨਿੰਦੇ ਜੇ ਗੰਗਾ ਨਹੀਂ। ਇਸ ਕਰਕੇ ਭਾਈ ਸਾਹਿਬ ਜੀ, ਅੱਜ ਕੌਮ ਨੂੰ, ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ, ਤੁਸੀਂ ਫੈਸਲਾ ਕਰ ਲਓ ਭਾਈ। ਅਤੇ ਜੇ ਆਪਾਂ ਇਹਨਾਂ ਅਖੌਤੀਆਂ ਦਾ, ਇਹਨਾਂ ਦਬਾਅ ਥੱਲੇ ਆਣ ਕੇ ਹੁਕਮਨਾਮਾ ਜਾਰੀ, ਕਿਉਂਕਿ ਇਹ ਕਲੀਅਰ ਹੋ ਚੁੱਕਾ ਵਾ ਸੌਦਾ ਸਾਨੂੰ ਮਾਫੀ ਕਰਨ ਵਾਲਾ। ਚੀਕ ਕੇ ਕਿਹਾ ਵਾ, ਜਥੇਦਾਰੋ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਲਾਗੂ ਕਰਾ ਦਿਓ, ਸੋਨੇ ਦੇ ਮੈਡਲਾਂ ਨਾਲ ਤੋਲ ਦਿਆਂਗੇ। ਉਹਦੇ ਵਿੱਚ ਬਹੁਤ ਕੁਝ ਕਿਹਾ ਗਿਆ। ਲੈ ਲਓ ਉਹਦੀ ਆਪਣੇ ਦੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਇਨਵੈਸਟੀਗੇਸ਼ਨ ਦੀ ਰਿਪੋਰਟ ਆ, ਕਰ ਦਿਓ ਉੱਤੇ ਫੈਸਲਾ, ਕਰੋ ਫੈਸਲਾ। ਹੈ ਹਿੰਮਤ? ਨਹੀਂ ਹਿੰਮਤ ਹੈਗੀ, ਕਿਉਂਕਿ ਵੱਡੇ ਘਰ ਦਾ ਡਰ ਬਹੁਤ ਆ। ਇਸ ਵੇਖੋ, ਮੈਨੂੰ ਮਾਫ ਕਰਿਓ, ਮੈਂ ਕੁਛ ਥੋੜ੍ਹੀ ਜਿਹੀ ਗੱਲ ਕਰਨੀ ਆ, ਥੋੜ੍ਹੀ ਤੁਹਾਡੇ ਸਵਾਲਾਂ ਤੋਂ ਬਿਨਾਂ, ਮੈਨੂੰ ਖਿਮਾ ਕਰਿਓ। ਪ੍ਰਚਾਰਕ ਦੀ ਵਿਚਾਰੇ ਦੀ ਕੀ ਹੈਸੀਅਤ ਹੁੰਦੀ ਆ? ਇਹ ਕੋਈ ਗੁਰਸਿੱਖ ਸਿਆਸੀ ਸਫਾ ਵਾਲਾ ਜਥੇਦਾਰ ਕਿਉਂ ਨਹੀਂ ਬਣਾਉਂਦੇ? ਸਿਆਸੀ ਸਫਾ ਵਾਲਾ ਗੁਰਸਿੱਖ ਜਥੇਦਾਰ ਕਿਉਂ ਨਹੀਂ ਬਣਾਉਂਦੇ? ਪ੍ਰਚਾਰਕਾਂ ਨੂੰ ਕਿਉਂ ਬਣਾਉਂਦੇ ਆ? ਗ੍ਰੰਥੀਆਂ ਨੂੰ ਕਿਉਂ ਬਣਾਉਂਦੇ ਆ? ਕਿਉਂਕਿ ਉਹਨਾਂ ਨੂੰ ਜੀ ਹਜ਼ੂਰੀ ਦੀ ਆਦਤ ਪਈ ਹੁੰਦੀ ਆ। ਉਹਨਾਂ ਨੂੰ ਵਿਚਾਰਿਆਂ ਨੂੰ ਜੀ ਹਜ਼ੂਰ। ਇਹਨਾਂ ਨੂੰ ਜੀ ਹਜ਼ੂਰੀ ਵਾਲੇ ਚਾਹੀਦੇ ਆ। ਸਿਲੈਕਸ਼ਨ ਕਿਉਂ ਨਹੀਂ ਕਰਦੇ? ਇਲੈਕਸ਼ਨ ਰਾਹੀਂ ਚੁੜੀ ਹੋਈ, ਕਿਉਂਕਿ ਕਰ ਲੈਣ ਪੰਥ ਪੂਰਾ ਇਕੱਠਾ ਹੋ ਕੇ। ਇਹ ਇੱਕ ਧਿਰ ਕਿਉਂ ਅਪੋਇੰਟ ਕਰਦੀ ਆ? ਇੱਥੇ ਤਾਂ ਸਰਬੱਤ ਖਾਲਸੇ ਨੂੰ ਵੀ ਧਿਰਾਂ ਨਹੀਂ ਵੰਡ ਲਿਆ। ਸਾਡਾ ਤਾਂ ਹੁਣ ਰੱਬ ਰੱਖਾ ਹੋਇਆ ਫਿਰਦਾ। ਬਿਲਕੁਲ ਜੀ ਖੋਸਾ ਜੀ, ਮੈਂ ਤੁਹਾਡੇ ਕੋਲ ਹੋਰ ਵੀ ਬੜੀਆਂ ਗੱਲਾਂ ਦੀ ਜਾਣਕਾਰੀ ਲੈਣੀ ਹੈ, ਪਰ ਸਮੇਂ ਦੀਆਂ ਘੜੀਆਂ ਮੈਨੂੰ ਰੋਕਦੀਆਂ ਨੇ। ਇਸ ਕਰਕੇ ਮੈਂ ਤੁਹਾਡੇ ਸਭਨਾਂ ਦੇ ਕੋਲੋਂ ਖਿਮਾ ਦਾ ਜਾਚਕ ਹੋਣਾ। ਦਰਸ਼ਕੋ, ਛੋਟੀ ਜਿਹੀ ਬੇਨਤੀ ਕਰਦੇ ਹਾਂ,
ਹਰ ਚੀਜ਼ ਸਮੇਂ ਦੀ ਪਾਬੰਦ ਹੈ, ਸਮੇਂ ਦੇ ਪਾਬੰਦ ਹੋ ਕੇ ਰਹਿਣ ਦੇ ਵਿੱਚ ਹੀ ਭਲਾ ਹੈ। ਵੀਰ ਸੁਖਜੀਤ ਸਿੰਘ ਖੋਸਾ ਨੇ ਬਾਖੂਬੀ ਗੱਲਾਂ ਦਸੀਆਂ, ਬੇਬਾਕ ਹੋ ਕੇ ਦਸੀਆਂ, ਮਨ ਵੀ ਇਹਨਾਂ ਦਾ ਭਰਦਾ ਰਿਹਾ। ਪਰ ਮੇਰੇ ਖਿਆਲ ਦੇ ਵਿੱਚ ਜਸਟਿਸ ਹਰਪ੍ਰੀਤ ਸਿੰਘ ਮਖੂ ਨੇ ਨਹੀਂ ਕਰਨਾ, ਉਹ ਸਿੱਖ ਸੰਗਤ ਨੇ ਕਰਨਾ ਹੈ। ਉਹ ਸਾਰੀਆਂ ਗੱਲਾਂ ਤੁਹਾਡੇ ਅੱਗੇ ਰੱਖੀਆਂ ਗਈਆਂ ਕਿ ਉਹ ਪਾਵਨ ਸਵਰੂਪ ਦਾ ਪ੍ਰਕਾਸ਼ ਕਰਨਾ ਹੈ ਜਾਂ ਪਰਿਵਾਰ ਨੂੰ ਦੇਣਾ ਹੈ ਜਾਂ ਅਕਾਲ ਤਖਤ ਸਾਹਿਬ 'ਤੇ ਲਿਜਾਣਾ ਹੈ ਜਾਂ ਸੰਸਕਾਰ ਹੋਣਾ ਚਾਹੀਦਾ, ਕੀ ਹੋਣਾ ਚਾਹੀਦਾ ਹੈ। ਪਰ ਇੱਕ ਚੀਜ਼ ਚੇਤੇ ਰੱਖਿਆ ਜੇ ਕੋਈ ਤਰੁੱਟੀਆਂ ਹਨ ਤੇ ਸਾਨੂੰ ਉਹਨਾਂ ਦੇ ਉੱਪਰ ਵਿਚਾਰ ਕਰਨੀ ਚਾਹੀਦੀ। ਹਰ ਗੱਲ ਤੇ ਸੋਨਾ ਦਾ ਰੌਲਾ ਨਾ ਪਾਈਏ। ਤਰੁੱਟੀਆਂ ਦੀ ਗੱਲ ਵੀ ਕਰੀਏ, ਉਹ ਜਿਹੜੀਆਂ ਕੱਚੀਆਂ ਬਾਣੀਆਂ ਵਿੱਚ ਸ਼ਾਮਲ ਨੇ ਉਹਨਾਂ ਦੀ ਵੀ ਗੱਲ ਕਰੀਏ, ਤਾਂ ਕਿ ਕੌਮ ਗੁੰਮਰਾਹ ਨਾ ਹੋਵੇ, ਕੌਮ ਦੇ ਅੱਗੇ ਸਾਰੀ ਗੱਲ ਆ ਜਾਵੇ। ਘੱਟੋ ਘੱਟ ਪਤਾ ਲੱਗੇ ਕਿ ਜੇ ਸਰੂਪ ਲੈ ਕੇ ਆਏ ਭਾਈ, ਲੈ ਕੇ ਕਿਉਂ ਆਏ ਨੇ, ਕੀ ਕਾਰਨ ਬਣਿਆ ਇਹਨਾਂ ਦਾ। ਇਹ ਸਾਰੀਆਂ ਗੱਲਾਂ ਤੇ ਮੁੜ ਵਿਚਾਰ ਕਰਨੀ ਬਣਦੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬੜੀ ਜਲਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।